ਦਿੱਲੀ ਦੇ ਵਿੱਚ ਵੀ ਇਹ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ, ਉਹਦਾ ਕੀ ਉੱਥੇ ਅਸਰ ਹੋਇਆ ਤੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ, ਇਹਦਾ ਕਿਵੇਂ ਅੱਗੇ ਜਿਹੜਾ ਚੱਲ ਕੇ ਇਹਦੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਉੱਤੇ ਇਹਦਾ ਕੀ ਅਸਰ ਹੋਏਗਾ। ਅੰਨ੍ਹੇਵਾਹ ਜਦੋਂ ਸਹੂਲਤਾਂ ਦੇ ਐਲਾਨ ਕਰਦੇ ਨੇ ਅਨਪਲੈਨਡ ਤਰੀਕੇ ਦੇ ਨਾਲ, ਤਾਂ ਅਦਾਰਿਆਂ ਦਾ ਜਿਹੜੇ ਅਦਾਰੇ ਦੇ ਉੱਤੇ ਇਹ ਸਹੂਲੀਅਤ ਦਾ ਬੋਝ ਪੈਣਾ ਹੁੰਦਾ ਹੈ, ਉਸ ਅਦਾਰੇ ਦੇ ਨਾਲ ਵੀ 5-6 ਹਜ਼ਾਰ ਟੱਬਰਾਂ ਦੀ 5-6 ਹਜ਼ਾਰ ਰਿਟਾਇਰੀਜ਼ ਦੀ ਘੱਟੋ ਘੱਟ 10 ਹਜ਼ਾਰ ਟੱਬਰਾਂ ਦੀ ਰੋਟੀ ਰੋਜ਼ੀ ਦਾ ਮਾਮਲਾ ਜੁੜਿਆ ਹੋਇਆ ਤੇ ਉਹਨਾਂ ਦੀ ਸੈਲਰੀ ਦੇ ਉੱਤੇ, ਉਹਨਾਂ ਦੇ ਸੇਵਾਵਾਂ ਦੇ ਉੱਤੇ ਕੀ ਅਸਰ ਪਊਗਾ, ਇਹਦਾ ਪ੍ਰਬੰਧ ਸਰਕਾਰ ਨੇ ਕੋਈ ਨਹੀਂ ਦੱਸਿਆ। ਤਾਂ ਇਹਦੇ ਨਾਲ ਦੀ ਨਾਲ ਸਰਕਾਰ ਇਹ ਐਲਾਨ ਕਰਦੀ ਵੀ ਹਰ ਮਹੀਨੇ ਇਨ ਐਡਵਾਂਸ ਇਹਦਾ ਜਿੰਨਾ ਅਸਰ ਪੈਣ ਵਾਲਾ ਪੀਆਰਟੀਸੀ ਦੀ ਆਮਦਨ ਦੇ ਉੱਤੇ, ਤੇ ਪੀਆਰਟੀਸੀ ਦੀ ਆਮਦਨ ਦੇ ਉੱਤੇ ਅਸਰ ਪੈਣ ਦਾ ਮਤਲਬ ਵਰਕਰਾਂ ਦੀ ਪੈਨਸ਼ਨਰਾਂ ਦੀ ਤਨਖਾਹ ਤੇ ਸੈਲਰੀ ਦੇ ਉੱਤੇ ਪ੍ਰਭਾਵ ਪੈਣ ਦਾ ਖਦਸ਼ਾ ਜਿਹੜਾ ਉਹ ਬਣ ਗਿਆ। ਅੱਜ ਹੀ ਜੇ ਅਸੀਂ ਦੇਖੀਏ ਤਾਂ ਕੱਲ੍ਹ ਦੀ ਡੇਟ ਦੇ ਵਿੱਚ ਹੀ ਪੀਆਰਟੀਸੀ ਦੀ ਔਨ ਐਂਡ ਐਵਰੇਜ ਜਿਹੜੀ ਰਸੀਟ ਆ, ਆਮਦਨ ਹੈ ਰੋਜ਼ ਦੀ, ਤਾਂ ਉਹ 1 ਕਰੋੜ 30-35 ਲੱਖ ਦੇ ਕਰੀਬ ਹੈ ਰੋਜ਼ ਦੀ। ਜੀ ਤੇ ਉਹ 90 ਲੱਖ ਆਈ ਹੈ ਦੂਸਰੇ ਦਿਨ। 40 ਤੋਂ ਲੈ ਕੇ 45 ਲੱਖ ਦਾ ਜਿਹੜਾ ਇੰਪੈਕਟ ਆ ਗਿਆ ਆਮਦਨ ਦੇ ਉੱਤੇ। ਘਾਟਾ ਪੈ ਗਿਆ। ਦੈਟ ਮੀਨਸ ਵੀ 1/3 ਦਾ ਹੈ, ਪਰ ਇਹਦੇ ਤੇ ਸਾਡਾ ਅੰਦਾਜ਼ਾ ਹੈ ਵੀ 40% ਤੱਕ ਪੀਆਰਟੀਸੀ ਦੀ ਰਸੀਟ ਦੇ ਉੱਤੇ ਇਹਦਾ ਅਸਰ ਲਾਜ਼ਮੀ ਪੈਣਾ। ਪ੍ਰਾਈਵੇਟ ਬੱਸਾਂ ਦੇ ਵਿੱਚ ਔਰਤਾਂ ਨੂੰ ਫ੍ਰੀ ਟਰੈਵਲਿੰਗ ਦੀ ਸਹੂਲਤ ਨਹੀਂ। ਦੈਟ ਮੀਨਸ ਵੀ ਜਿਹੜੀ ਪ੍ਰਾਈਵੇਟਾਂ ਦੀਆਂ ਬੱਸਾਂ ਦੇ ਵਿੱਚ ਔਰਤਾਂ ਸਫ਼ਰ ਕਰਦੀਆਂ ਸੀ, ਤਾਂ ਉਹ ਸ਼ਿਫਟ ਕਰਨਗੀਆਂ ਸਰਕਾਰੀ ਬੱਸਾਂ ਵੱਲ। ਔਰ ਸਰਕਾਰੀ ਬੱਸਾਂ ਦੇ ਵਿੱਚੋਂ ਜਿਹੜਾ ਮੇਲ ਪੈਸੇਂਜਰ ਹੈ, ਉਹ ਲਾਜ਼ਮੀ ਤੌਰ ਤੇ ਪ੍ਰਾਈਵੇਟਾਂ ਵਾਲੇ ਪਾਸੇ ਨੂੰ ਸ਼ਿਫਟ ਕਰੂਗਾ। ਸੋ ਇਹਦਾ ਬਰਡਨ ਸੰਭਾਵਨਾ ਹੈ ਵੀ ਹੋ ਸਕਦਾ 50% ਦਾ ਅਸਰ ਵੀ ਪੀਆਰਟੀਸੀ ਦੀ ਆਮਦਨ ਦੇ ਉੱਤੇ ਪੈ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ। 18 ਜਿਹੜੀਆਂ ਨੇ ਉਹ ਜਿਹੜੇ ਕੈਟੇਗਰੀਆਂ ਨੇ ਜਿਨ੍ਹਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਤੇ ਉਹ ਪੈਸਾ ਕੀ ਸਰਕਾਰ ਸਮੇਂ ਸਿਰ ਦੇ ਰਹੀ ਹੈ ਕਿ ਉਹ ਪੈਸਾ ਵੀ ਅਜੇ ਤੱਕ ਖੜਿਆ ਪਹਿਲਾਂ ਉਹਨਾਂ ਤੇ, ਜੇ ਖੜਾ ਹੈ ਤਾਂ ਕਿੰਨਾ ਖੜਾ ਹੈ? ਜੇ ਅਸੀਂ ਰਿਕਾਰਡ ਤੇ ਜਾਈਏ ਤਾਂ ਇਸ ਵੇਲੇ ਪੀਆਰਟੀਸੀ ਨੇ ਘੱਟੋ ਘੱਟ 170 ਕਰੋੜ ਰੁਪਇਆ ਸਰਕਾਰ ਤੋਂ ਫ੍ਰੀ ਟਰੈਵਲਿੰਗ ਦੇ ਬਦਲੇ ਜਿਹੜੇ ਭਰਪਾਈ ਦਾ ਬਣਦਾ ਸੀ ਉਹ ਲੈਣਾ, ਜਿਹੜਾ ਸਰਕਾਰ ਨਹੀਂ ਦੇ ਰਹੀ। ਹੁਣ ਜਿਹੜੀ ਸਥਿਤੀ ਬਣਨੀ ਹੈ, ਇੱਕਦਮ ਜਦੋਂ 50% ਤੇ ਆਉਣੀ ਹੈ, ਤਾਂ ਉਹ ਤਾਂ ਇਕੱਲੇ ਡੀਜ਼ਲ ਦੇ ਪੈਸੇ ਵੀ ਪੀਆਰਟੀਸੀ ਨੇ ਪੂਰੇ ਨਹੀਂ ਕਰਨੇ। ਪ੍ਰਾਈਵੇਟ ਟਰਾਂਸਪੋਰਟ ਮਾਫੀਆ ਜਿਨ੍ਹਾਂ ਨੂੰ ਅਸੀਂ ਬਾਦਲ ਸਰਕਾਰ ਨਾਲ ਜ਼ਿਆਦਾ ਜੋੜਦੇ ਹੁੰਦੇ ਸੀ, ਪਰ ਹੈਰਾਨਗੀ ਦੀ ਗੱਲ ਹੈ ਵੀ ਸਰਕਾਰ ਦਾਅਵਾ ਕਰਦੀ ਸੀ ਵੀ ਅਸੀਂ ਪ੍ਰਾਈਵੇਟ ਮਾਫੀਆ ਦਾ ਲੱਕ ਤੋੜ ਦਾਂਗੇ, ਜਿਹੜਾ ਗੈਰ ਕਾਨੂੰਨੀ ਚੱਲਦਾ, ਜਿਹੜਾ ਟਾਈਮ ਟੇਬਲ ਨਹੀਂ ਬਣਨ ਦੇ ਰਿਹਾ, ਜਿਨ੍ਹਾਂ ਦਾ ਗਲਬਾ ਹੈ ਆਰਟੀ ਆਫਿਸਿਸ ਦੇ ਉੱਤੇ। ਉਹ ਗਲਬਾ ਸਾਰਾ ਉਸੇ ਤਰ੍ਹਾਂ ਬਰਕਰਾਰ ਹੈ, ਉਸੇ ਤਰ੍ਹਾਂ ਇਲੀਗਲ ਆਪਰੇਸ਼ਨ ਹੈ। ਟਾਈਮ ਟੇਬਲਾਂ ਦੇ ਵਿੱਚ ਬਹੁਤ ਵੱਡੀ ਹੇਰਾਫੇਰੀ ਸਰਕਾਰੀ ਟਰਾਂਸਪੋਰਟ ਦੇ ਵਿਰੁੱਧ ਬੜੀ ਧੜੱਲੇ ਦੇ ਨਾਲ ਚੱਲ ਰਹੀ ਹੈ। ਜੇਕਰ ਇਹੋ ਹਾਲ ਰਿਹਾ ਤਾਂ ਜਿਹੜਾ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਜਿਹੜੀ ਹੈ ਇਹ ਡੁੱਬ ਜਾਏਗੀ। ਇੱਕ ਤਰ੍ਹਾਂ ਦਾ ਲੱਗ ਹੀ ਨਹੀਂ ਰਿਹਾ ਵੀ ਕੋਈ ਪੀਆਰਟੀਸੀ ਦਾ ਜਾਂ ਰੋਡਵੇਜ਼ ਦਾ ਜਾਂ ਇਸ ਤਰ੍ਹਾਂ ਦੇ ਅਦਾਰਿਆਂ ਦਾ ਕੋਈ ਵਾਤਾਵਰਨ ਛੱਡਿਆ ਸਰਕਾਰ ਨੇ। ਜੇ ਅਸੀਂ ਵੱਖ-ਵੱਖ ਅਦਾਰਿਆਂ ਦੇ ਬਾਰੇ ਵੀ ਦੇਖ ਲਈਏ ਤਾਂ ਕਿਸ ਤਰ੍ਹਾਂ ਰੈਕ ਕੀਤਾ ਅਦਾਰਿਆਂ ਨੂੰ। ਅੱਜ ਯੂਨੀਵਰਸਿਟੀ ਦਾ ਹਾਲ ਤੁਸੀਂ ਦੇਖ ਲਓ ਵੀ ਮੁੱਦੇ ਮੂੰਹ ਕੀਤੀ ਪਈ ਹੈ ਯੂਨੀਵਰਸਿਟੀ। ਬਿਲਕੁਲ। ਔਰ ਐਜੂਕੇਸ਼ਨ ਸਾਰੀ ਇੱਕ ਦੁਕਾਨਨੁਮਾ ਖੇਤਾਂ ਦੇ ਵਿੱਚ ਜਿਹੜੇ ਕਾਲਜ ਖੁੱਲ੍ਹੇ ਹੋਏ ਨੇ, ਕਹਿਣ ਨੂੰ ਵਿੱਦਿਆ ਉਹ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ, ਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਸਫ਼ਰ ਦਿੱਤੇ ਜਾਣ ਦੀ ਜਿਹੜੀ ਸਹੂਲਤ ਹੈ ਬੱਸਾਂ ਦੇ ਵਿੱਚ, ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਹੋਣ ਵਾਲਾ ਹੈ। ਦਿੱਲੀ ਦੇ ਵਿੱਚ ਵੀ ਇਹ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ, ਉਹਦਾ ਕੀ ਉੱਥੇ ਅਸਰ ਹੋਇਆ, ਤੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ, ਇਹਦਾ ਕਿਵੇਂ ਅੱਗੇ ਜਿਹੜਾ ਚੱਲ ਕੇ ਇਹਦੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਉੱਤੇ ਇਹਦਾ ਕੀ ਅਸਰ ਹੋਏਗਾ, ਤੇ ਵਰਕਰ ਯੂਨੀਅਨਾਂ ਜਿਹੜੀਆਂ ਨੇ ਉਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ ਇਸ ਫੈਸਲੇ ਬਾਰੇ। ਇਸ ਸੰਬੰਧ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਦੇ ਲਈ ਨਿਰਮਲ ਸਿੰਘ ਜੀ ਧਾਲੀਵਾਲ। ਨਿਰਮਲ ਸਿੰਘ ਜੀ ਧਾਲੀਵਾਲ ਜਿਹੜੇ ਨੇ, ਇਹਨਾਂ ਬਾਰੇ ਜੇਕਰ ਆਪਾਂ ਦੱਸ ਦਈਏ ਤੇ ਇਹ ਵਰਕਰ ਪੀਆਰਟੀਸੀ ਵਰਕਰ ਯੂਨੀਅਨ ਏਟਕ ਦੇ ਪੰਜਾਬ ਜਨਰਲ ਸਕੱਤਰ ਨੇ। ਪਿਛਲੇ 50 ਸਾਲਾਂ ਤੋਂ ਇਹ ਵਰਕਰ ਯੂਨੀਅਨਾਂ ਨਾਲ ਜੁੜੇ ਹੋਏ ਨੇ। ਆਲ ਇੰਡੀਆ ਵਰਕਰ ਯੂਨੀਅਨ ਜਿਹੜੀ ਬਣੀ ਹੋਈ ਆ ਉਹਦੇ ਇਹ ਸਕੱਤਰ ਨੇ, ਤੇ 2006 ਦੇ ਵਿੱਚ ਇਹ ਪੀਆਰਟੀਸੀ ਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਨੇ, ਤੇ ਉਸ ਤੋਂ ਬਾਅਦ ਨਾਲ ਇਹਨਾਂ ਨੇ ਵਕਾਲਤ ਕੀਤੀ ਹੈ, LLB ਕਰ ਚੁੱਕੇ ਨੇ, ਪਰ ਇਹ ਪ੍ਰੈਕਟਿਸ ਨਾ ਕਰਕੇ ਆਪਣਾ ਸਾਰਾ ਸਮਾਂ ਜਿਹੜਾ ਇਹ ਸੇਵਾਵਾਂ ਜਿਹੜੀਆਂ ਨੇ ਉਹ ਪੀਆਰਟੀਸੀ ਵਰਕਰ ਯੂਨੀਅਨਾਂ ਨੂੰ ਆਪਣਾ ਸਮਾਂ ਦੇ ਰਹੇ ਨੇ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਕੀ ਅਸਰ ਹੋਣ ਵਾਲਾ ਹੈ ਤੇ ਜਥੇਬੰਦੀਆਂ ਦਾ ਇਹਦੇ ਬਾਰੇ ਕੀ ਕਹਿਣਾ ਹੈ। ਧਾਲੀਵਾਲ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ।
ਧਾਲੀਵਾਲ ਸਾਹਿਬ, ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਬੱਸ ਸਫ਼ਰ ਦੀ ਸਹੂਲਤ ਮੁਫ਼ਤ ਕਰ ਦਿੱਤੀ ਗਈ ਹੈ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੀ ਟਿੱਪਣੀ ਤੁਹਾਡੀ ਕੀ ਹੋਏਗੀ? ਕੁਲਵੰਤ ਜੀ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਔਰ ਤੁਹਾਡੇ ਦਰਸ਼ਕਾਂ ਤੋਂ ਮੁਆਫੀ ਚਾਹੁੰਦਾ ਇਸ ਗੱਲ ਦੀ ਵੀ ਮੈਂ 19 ਤਾਰੀਖ ਤੋਂ ਕਰੋਨਾ ਪੋਜ਼ੀਟਿਵ ਰਿਪੋਰਟ ਆਉਣ ਕਰਕੇ ਹੋਮ ਕੁਆਰੰਟਾਈਨ ਆ, ਜਿਸ ਕਰਕੇ ਮੈਂ ਕੈਜੂਅਲ ਡਰੈਸ ਦੇ ਵਿੱਚ ਹਾਂ। ਕਿਸੇ ਨੂੰ ਨਾ ਚੰਗਾ ਲੱਗਦਾ ਹੋਵੇ ਤਾਂ ਮੈਂ ਮੁਆਫੀ ਚਾਹੂੰਗਾ। ਜੋ ਤੁਸੀਂ ਸਵਾਲ ਕੀਤਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੀਆਂ ਵਸਨੀਕ ਔਰਤਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਪਹਿਲੀ ਤਾਰੀਖ ਤੋਂ ਬੱਸਾਂ ਦੇ ਵਿੱਚ ਪਨਬੱਸ, ਪੰਜਾਬ ਰੋਡਵੇਜ਼, PRTC ਔਰ ਸਿਟੀ ਬੱਸਿਸ ਦੇ ਵਿੱਚ ਫ੍ਰੀ ਟਰੈਵਲਿੰਗ ਦੀ ਜਿਹੜੀ ਸਹੂਲੀਅਤ ਦਿੱਤੀ ਹੈ, ਇਹਦੇ ਬਾਰੇ ਅਸੀਂ ਪੰਜਾਬ ਦੇ ਕਿਸੇ ਵੀ ਵਰਗ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਸਰਕਾਰ ਸਹੂਲੀਅਤ ਦਿੰਦੀ ਹੈ, ਅਸੂਲੀ ਤੌਰ 'ਤੇ ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰਦੇ। ਜੀ ਜੀ। ਪਰ ਸਰਕਾਰਾਂ ਨੂੰ ਅਸੀਂ ਇਹ ਸਮਝਦੇ ਹਾਂ ਵੀ ਚੋਣਾਂ ਦੇ ਨੇੜੇ ਆ ਕੇ ਅੰਨ੍ਹੇਵਾਹ ਜਦੋਂ ਸਹੂਲਤਾਂ ਦੇ ਐਲਾਨ ਕਰਦੇ ਨੇ ਅਨਪਲੈਨਡ ਤਰੀਕੇ ਦੇ ਨਾਲ, ਤਾਂ ਅਦਾਰਿਆਂ ਦਾ ਜਿਹੜੇ ਅਦਾਰੇ ਦੇ ਉੱਤੇ ਇਹ ਸਹੂਲੀਅਤ ਦਾ ਬੋਝ ਪੈਣਾ ਹੁੰਦਾ ਹੈ, ਉਸ ਅਦਾਰੇ ਦੇ ਨਾਲ ਵੀ 5-6 ਹਜ਼ਾਰ ਟੱਬਰਾਂ ਦੀ 5-6 ਹਜ਼ਾਰ ਰਿਟਾਇਰੀਜ਼ ਦੀ ਘੱਟੋ ਘੱਟ 10,000 ਟੱਬਰਾਂ ਦੀ ਰੋਟੀ ਰੋਜ਼ੀ ਦਾ ਮਾਮਲਾ ਜੁੜਿਆ ਹੋਇਆ ਹੈ। ਅਤੇ ਉਹਨਾਂ ਦੀ ਸੈਲਰੀ ਦੇ ਉੱਤੇ, ਉਹਨਾਂ ਦੇ ਸੇਵਾਵਾਂ ਦੇ ਉੱਤੇ ਕੀ ਅਸਰ ਪਊਗਾ, ਇਹਦਾ ਪ੍ਰਬੰਧ ਸਰਕਾਰ ਨੇ ਕੋਈ ਨਹੀਂ ਦੱਸਿਆ ਵੀ ਇਹਦੀ ਭਰਪਾਈ ਕਿਵੇਂ ਕੀਤੀ ਜਾਊਗੀ। ਸੋ ਅਸੀਂ ਫੈਸਲੇ ਦਾ ਤਾਂ ਅਸੀਂ ਸਮਝਦੇ ਹਾਂ ਵੀ ਔਰਤਾਂ ਦਾ ਸਨਮਾਨ ਹੈ, ਇਹਦੇ 'ਚ ਸਵਾਗਤ ਹੈ ਫੈਸਲੇ ਦਾ, ਪਰ ਨਾਲ ਦੀ ਨਾਲ ਸਾਡੇ ਵੱਲੋਂ ਇਹ ਹੈ ਵੀ ਸਰਕਾਰ ਨੂੰ ਚਾਹੀਦਾ ਸੀ, ਜੇ ਸਰਕਾਰ ਦੀ ਇਹ ਪਹੁੰਚ ਦੇ ਵਿੱਚ ਸੀ ਇਹ ਸਹੂਲਤ ਦੇਣਾ, ਤਾਂ ਇਹਦੇ ਨਾਲ ਦੀ ਨਾਲ ਸਰਕਾਰ ਇਹ ਐਲਾਨ ਕਰਦੀ ਵੀ ਹਰ ਮਹੀਨੇ ਇਨ ਐਡਵਾਂਸ ਇਹਦਾ ਜਿੰਨਾ ਅਸਰ ਪੈਣ ਵਾਲਾ PRTC ਦੀ ਆਮਦਨ ਦੇ ਉੱਤੇ, ਤੇ PRTC ਦੀ ਆਮਦਨ ਦੇ ਉੱਤੇ ਅਸਰ ਪੈਣ ਦਾ ਮਤਲਬ ਵਰਕਰਾਂ ਦੀ, ਪੈਨਸ਼ਨਰਾਂ ਦੀ ਤਨਖਾਹ ਤੇ ਸੈਲਰੀ ਦੇ ਉੱਤੇ ਪ੍ਰਭਾਵ ਪੈਣ ਦਾ ਖਦਸ਼ਾ ਜਿਹੜਾ ਉਹ ਬਣ ਗਿਆ। ਤੇ ਸਰਕਾਰ ਨੂੰ ਚਾਹੀਦਾ ਸੀ ਇਨ ਐਡਵਾਂਸ ਜਿੰਨਾ ਇਹਦਾ ਭਾਰ ਪੈਣਾ ਸੀ ਉਹ ਐਡਵਾਂਸ ਦੇ ਕੇ ਤੈਨੂੰ ਰੈਗੂਲਰ ਤਰੀਕੇ ਦੇ ਨਾਲ ਮੰਥ ਬੇਸਿਸ ਦੇ ਉੱਤੇ ਇਹਦੀ ਭਰਪਾਈ ਕਰਦੀ ਸਰਕਾਰ, ਪਰ ਸਰਕਾਰ ਇਸ ਪਾਸੋਂ ਚੁੱਪ ਹੈ। ਤੇ ਇਹਦੇ ਤੇ ਅੱਗੇ ਸਾਡਾ ਕਹਿਣਾ ਇਹ ਹੈ, ਹਲੇ 1 ਤਾਰੀਖ ਨੂੰ ਲਾਂਚ ਹੋਈ ਹੈ, ਹਾਲੇ ਇਹਨੇ ਸਕੀਮ ਨੇ ਜਦੋਂ 2-3-4 ਦਿਨ ਦੇ ਵਿੱਚ ਇਸ ਤਰ੍ਹਾਂ ਦੀ ਸਕੀਮ ਬੜੀ ਪਾਪੂਲਰਾਈਜ਼ ਬੜੀ ਜਲਦੀ ਹੁੰਦੀ ਹੈ। 2-3 ਦਿਨਾਂ ਦੇ ਵਿੱਚ ਜਦੋਂ ਇਹ ਸਕੀਮ ਨੇ ਪਾਪੂਲਰਾਈਜ਼ ਹੋਣਾ ਹੈ, 1-2 ਦਿਨ ਛੁੱਟੀਆਂ ਦੇ ਵੀ ਨੇ, ਸੋਮ ਮੰਗਲਵਾਰ ਤੋਂ ਅੱਜ ਹੀ ਜੇ ਅਸੀਂ ਦੇਖੀਏ ਤਾਂ ਕੱਲ੍ਹ ਦੀ ਡੇਟ ਦੇ ਵਿੱਚ ਹੀ PRTC ਦੀ ਔਨ ਐਂਡ ਐਵਰੇਜ ਜਿਹੜੀ ਰਸੀਟ ਆ, ਆਮਦਨ ਹੈ ਰੋਜ਼ ਦੀ, ਤਾਂ ਉਹ 1 ਕਰੋੜ 30-35 ਲੱਖ ਦੇ ਕਰੀਬ ਹੈ ਰੋਜ਼ ਦੀ। ਤੇ ਉਹ 90 ਲੱਖ ਆਈ ਹੈ ਦੂਸਰੇ ਦਿਨ ਰਸੀਟ ਹੈ, ਜਿਹੜੀ 1 ਤਰੀਕ ਤੇ ਜਿਹੜੀ ਕਲੋਜ਼ਿੰਗ ਹੈ। ਯਾਨੀ ਪਹਿਲੇ ਦਿਨ ਹੀ 40 ਤੋਂ ਲੈ ਕੇ 45 ਲੱਖ ਦਾ ਜਿਹੜਾ ਇੰਪੈਕਟ ਆ ਗਿਆ ਆਮਦਨ ਦੇ ਉੱਤੇ। ਦੈਟ ਮੀਨਸ ਵੀ 1/3 ਦਾ ਹੈ, ਪਰ ਇਹਦੇ ਤੇ ਸਾਡਾ ਅੰਦਾਜ਼ਾ ਹੈ ਵੀ 40% ਤੱਕ PRTC ਦੀ ਰਸੀਟ ਦੇ ਉੱਤੇ ਇਹਦਾ ਅਸਰ ਲਾਜ਼ਮੀ ਪੈਣਾ। ਉਹਦਾ ਕਾਰਨ ਹੋਰ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਪਸ਼ਟ ਹੋਊਗਾ। ਪ੍ਰਾਈਵੇਟ ਬੱਸਾਂ ਦੇ ਵਿੱਚ ਔਰਤਾਂ ਨੂੰ ਫ੍ਰੀ ਟਰੈਵਲਿੰਗ ਦੀ ਸਹੂਲਤ ਨਹੀਂ। ਦੈਟ ਮੀਨਸ ਵੀ ਜਿਹੜੀ ਪ੍ਰਾਈਵੇਟਾਂ ਦੀਆਂ ਬੱਸਾਂ ਦੇ ਵਿੱਚ ਔਰਤਾਂ ਸਫ਼ਰ ਕਰਦੀਆਂ ਸੀ ਤਾਂ ਉਹ ਸ਼ਿਫਟ ਕਰਨਗੀਆਂ ਸਰਕਾਰੀ ਬੱਸਾਂ ਵੱਲ, ਔਰ ਸਰਕਾਰੀ ਬੱਸਾਂ ਦੇ ਵਿੱਚੋਂ ਜਿਹੜਾ ਮੇਲ ਪੈਸੇਂਜਰ ਹੈ ਉਹ ਲਾਜ਼ਮੀ ਤੌਰ 'ਤੇ ਪ੍ਰਾਈਵੇਟਾਂ ਵਾਲੇ ਪਾਸੇ ਨੂੰ ਸ਼ਿਫਟ ਕਰੂਗਾ। ਸੋ ਇਹਦਾ ਬਰਡਨ ਸੰਭਾਵਨਾ ਹੈ ਵੀ ਹੋ ਸਕਦਾ 50% ਦਾ ਅਸਰ ਵੀ PRTC ਦੀ ਆਮਦਨ ਦੇ ਉੱਤੇ ਪੈ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਹ ਬੜੀ ਸਥਿਤੀ ਇਸ ਕਿਸਮ ਦੀ ਬਣੀ ਹੋਈ ਹੈ, ਤੇ ਇਹਦੇ 'ਚੋਂ ਦੇਖਾਂਗੇ ਵੀ ਅਸੀਂ ਸਥਿਤੀ ਦੇ ਨਾਲ ਸਰਕਾਰ ਗੱਲ ਸਹਿਜਾਂ ਸੁਣਦੀ ਹੈ ਜਾਂ ਵਰਕਰਾਂ ਨੂੰ ਕੋਈ ਐਜੀਟੇਸ਼ਨ ਦੇ ਰਾਹ ਪਾ ਕੇ ਆਪਣੀ ਆਵਾਜ਼ ਬੁਲੰਦ ਕਰਕੇ ਆਪਣੀਆਂ ਤਨਖਾਹਾਂ ਤੇ ਪੈਨਸ਼ਨਾਂ ਵਾਸਤੇ ਜੂਝਣਾ ਪਏਗਾ। ਜੀ ਧਾਲੀਵਾਲ ਸਾਹਿਬ, ਇੱਕ ਗੱਲ ਦੱਸੋ ਕਿ ਇਹ ਜੀ ਸਹੂਲਤਾਂ ਜਿਹੜੀਆਂ ਨੇ ਸਰਕਾਰ ਪਹਿਲਾਂ ਵੀ ਦੇ ਰਹੀ ਹੈ, 18 ਕੈਟੇਗਰੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਜਿਨ੍ਹਾਂ 'ਚ ਪੁਲਿਸ ਵਾਲੇ ਹੋ ਗਏ, ਜਿਨ੍ਹਾਂ 'ਚ ਕੁਝ ਪੱਤਰਕਾਰ ਹੋ ਗਏ, ਕੁਝ ਵਿਕਲਾਂਗ ਹੋ ਗਏ, ਕੁਝ ਆਜ਼ਾਦੀ ਪੇਸ਼ੈਂਟ ਹੋ ਗਏ, ਆਜ਼ਾਦੀ ਘੁਲਾਟੀ ਹੋ ਗਏ, ਪੱਤਰਕਾਰ ਹੋ ਗਏ। 18 ਜਿਹੜੀਆਂ ਨੇ ਉਹ ਜਿਹੜੇ ਕੈਟੇਗਰੀਆਂ ਨੇ ਜਿਨ੍ਹਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਤੇ ਉਹ ਪੈਸਾ ਕੀ ਸਰਕਾਰ ਸਮੇਂ ਸਿਰ ਦੇ ਰਹੀ ਹੈ ਕਿ ਉਹ ਪੈਸਾ ਵੀ ਅਜੇ ਤੱਕ ਖੜਿਆ ਪਹਿਲਾਂ ਉਹਨਾਂ ਤੇ, ਜੇ ਖੜਾ ਹੈ ਤੇ ਕਿੰਨਾ ਖੜਾ ਹੈ? ਦੇਖੋ ਕੁਲਵੰਤ ਜੀ, ਜਿਹੜੀ ਫ੍ਰੀ ਟਰੈਵਲਿੰਗ ਦੀ ਜਾਂ ਕੰਸੈਸ਼ਨਲ ਟਰੈਵਲਿੰਗ ਦੀ ਸਹੂਲਤ ਹੈ ਉਹਦੇ 'ਚ ਮੇਜਰ ਚੰਕ ਹੈ ਜਿਹੜਾ ਪੁਲਿਸ ਪਰਸਨਲ, ਵਿਦਿਆਰਥੀ
ਜੀ ਇਹ ਵੱਡਾ ਹਿੱਸਾ, ਦੋ ਕੈਟੇਗਰੀਜ਼ ਦਾ ਜਿਹੜਾ ਵੱਡਾ ਹਿੱਸਾ ਫ੍ਰੀ ਟਰੈਵਲਿੰਗ ਦਾ ਹੈਗਾ। ਜੀ ਜੀ ਬਾਕੀ ਆਜ਼ਾਦੀ ਘੁਲਾਟੀਏ, ਕੈਂਸਰ ਪੇਸ਼ੈਂਟ, ਐਕ੍ਰੀਡਿਟਡ ਪੱਤਰਕਾਰ, ਇਹ ਛੋਟੇ ਹਿੱਸੇ ਨੇ, ਛੋਟਾ ਆਉਂਦਾ ਹੈ। ਜੀ ਪਰ ਸਰਕਾਰ ਇਹ ਤਾਂ ਕਹਿੰਦੀ ਹੈ ਵੀ ਅਸੀਂ ਰੀਇੰਬਰਸਮੈਂਟ ਭਰਪਾਈ ਅਦਾਰਿਆਂ ਦੀ ਕਰਾਂਗੇ। ਜੀ ਜੇ ਅਸੀਂ ਰਿਕਾਰਡ ਤੇ ਜਾਈਏ ਤਾਂ ਇਸ ਵੇਲੇ ਪੀਆਰਟੀਸੀ ਨੇ ਘੱਟੋ ਘੱਟ 170 ਕਰੋੜ ਰੁਪਇਆ ਸਰਕਾਰ ਤੋਂ ਫ੍ਰੀ ਟਰੈਵਲਿੰਗ ਦੇ ਬਦਲੇ ਜਿਹੜੇ ਭਰਪਾਈ ਦਾ ਬਣਦਾ ਸੀ ਉਹ ਲੈਣਾ, ਜਿਹੜਾ ਸਰਕਾਰ ਨਹੀਂ ਦੇ ਰਹੀ। ਬਾਵਜੂਦ ਇਸ ਦੇ ਹਾਈ ਕੋਰਟ ਦੇ ਵਿੱਚ ਜੋ ਪੈਨਸ਼ਨਾਂ ਦਾ ਇੱਥੇ ਸੰਕਟ ਆਇਆ ਜੀ ਤਾਂ ਵਰਕਰਜ਼ ਹਾਈ ਕੋਰਟ ਦੇ ਵਿੱਚ ਗਏ ਤਾਂ ਜੱਜ ਸਾਹਿਬਾਨ ਨੇ ਫੈਸਲਾ ਦਿੱਤਾ ਵੀ ਪੀਆਰਟੀਸੀ ਨੂੰ ਜਿਹੜਾ ਫ੍ਰੀ ਟਰੈਵਲਿੰਗ ਦਾ ਪੈਸਾ ਸਰਕਾਰ ਨੇ ਦੇਣਾ ਹੈ ਜੀ ਜੀ ਤੇ ਉਹਨੂੰ 1 ਕੁਆਟਰ ਪ੍ਰੋਸੈਸਿੰਗ ਪੀਰੀਅਡ ਰੱਖ ਕੇ 3 ਮਹੀਨੇ ਦਾ, ਜੀ ਜੀ ਵੀ 3 ਮਹੀਨਿਆਂ ਬਾਅਦ ਉਹ ਬਿੱਲ ਪੇਸ਼ ਕਰੂਗੀ ਪੀਆਰਟੀਸੀ। ਉਹਨੂੰ ਪ੍ਰੋਸੈਸ ਵਾਸਤੇ 1 ਕੁਆਟਰ ਜਿਹੜਾ ਤਕਰੀਬਨ 20-22 ਕਰੋੜ ਰੁਪਏ ਦਾ ਬਣਦਾ ਹੈ, ਜੀ ਜੀ ਵੀ 1 ਕੁਆਟਰ ਪ੍ਰੋਸੈਸਿੰਗ ਪੀਰੀਅਡ ਰੱਖ ਕੇ ਇਹਦੀ ਨਾਲੋਂ ਨਾਲ ਪੇਮੈਂਟ ਕੀਤੀ ਜਾਊਗੀ। ਪਰ ਇਹਦੇ ਬਾਵਜੂਦ 8 ਕੁਆਟਰ ਸਰਕਾਰ ਵੱਲ ਮਤਲਬ 160 ਕਰੋੜ ਤੋਂ ਵੱਧ ਰੁਪਇਆ ਅੱਜ ਦੀ ਡੇਟ ਦੇ ਵਿੱਚ ਸਰਕਾਰ ਦੇ ਵੱਲ ਬਕਾਇਆ ਖੜਾ ਪੀਆਰਟੀਸੀ ਦਾ, ਜਿਹੜਾ ਬੜੇ ਯਤਨਾਂ ਦੇ ਨਾਲ ਕਦੇ 10 ਕਰੋੜ ਮਿਲ ਗਿਆ, ਕਦੇ 5 ਕਰੋੜ ਮਿਲ ਗਿਆ, ਬੜੇ ਔਖੇ ਹਾਲਤਾਂ ਦੇ ਨਾਲ ਉਹ ਪੈਸਾ ਕਢਾਉਣਾ ਪੈਂਦਾ ਹੈ। ਜੀ ਤੇ ਉਹਦੇ ਵਿੱਚੋਂ ਤਾਂ ਥੋੜਾ ਬਹੁਤਾ ਪੈਨਸ਼ਨ ਤੇ ਤਨਖਾਹ ਦਾ ਕੰਮ ਚੱਲ ਰਿਹਾ। ਜੀ ਹੁਣ ਜਿਹੜੀ ਸਥਿਤੀ ਬਣਨੀ ਹੈ ਇੱਕਦਮ ਜਦੋਂ 50% ਤੇ ਆਉਣੀ ਹੈ ਜੀ ਤਾਂ ਉਹ ਤਾਂ ਕੱਲੇ ਡੀਜ਼ਲ ਦੇ ਪੈਸੇ ਵੀ ਪੀਆਰਟੀਸੀ ਨੇ ਪੂਰੇ ਨਹੀਂ ਕਰਨੇ, ਕੱਲੇ ਡੀਜ਼ਲ ਦੇ। ਮੈਂ ਇੱਥੇ ਹੀ ਆ ਰਿਹਾ ਸੀ ਤੁਹਾਡੇ ਕੋਲੇ ਕਿ ਤੁਸੀਂ ਦੱਸਿਆ ਕਿ 1 ਕਰੋੜ 30 ਤੋਂ 35 ਲੱਖ ਰੁਪਏ ਮਹੀਨੇ ਦੇ ਜਿਹੜੇ ਨੇ ਉਹ ਆਪਾਂ ਨੂੰ ਇਹਦੀ ਰੋਜ਼ਾਨਾ ਦੀ ਜਿਹੜੀ ਹੈ ਇਹਦੇ ਕਲੈਕਸ਼ਨ ਹੁੰਦੀ ਹੈ ਪੀਆਰਟੀਸੀ ਦੀ, ਤੇ ਉਹਦੇ ਵਿੱਚੋਂ ਖਰਚੇ ਕਿੰਨੇ ਨੇ ਤੇ ਕਿਹੜੇ ਖਰਚੇ ਨੇ ਤੇ ਜਿਨ੍ਹਾਂ ਵਿੱਚੋਂ ਹੁਣ 90 ਲੱਖ ਰੁਪਏ ਆਇਆ ਆਪਾਂ ਨੂੰ? ਦੇਖੋ ਜੀ, ਐਕਚੁਅਲੀ ਜੇ ਐਕੂਰੇਟ ਫਿਗਰ ਦੇ ਵਿੱਚ ਜਾਈ, ਮੈਂ ਟੈਂਟੇਟਿਵ ਫਿਗਰ ਦੱਸ ਸਕਦਾ, ਐਕਚੁਅਲੀ ਫਿਗਰ ਤਾਂ ਦਫ਼ਤਰਾਂ ਦਾ ਕੰਮ ਹੈ ਦੱਸਣਾ। 60 ਤੋਂ 62 ਲੱਖ ਰੁਪਏ ਦਾ ਰੋਜ਼ਾਨਾ ਡੀਜ਼ਲ ਦਾ ਖਰਚਾ, ਕਿਉਂਕਿ ਡੀਜ਼ਲ ਬਹੁਤ ਮਹਿੰਗਾ ਹੋ ਚੁੱਕਿਆ ਹੈ। ਜੀ ਜੀ ਇਸੇ ਤਰ੍ਹਾਂ 18 ਕਰੋੜ ਰੁਪਏ ਸੈਲਰੀ ਤੇ ਪੈਨਸ਼ਨ ਦਾ ਬਿੱਲ ਹੈ ਮਹੀਨੇ ਦਾ। ਦੈਟ ਮੀਨਸ ਵੀ 60 ਲੱਖ ਰੁਪਈਆ ਹੀ ਪੈਨਸ਼ਨ ਤੇ ਤਨਖਾਹਾਂ ਦਾ ਹੈ। ਦੈਟ ਮੀਨਸ ਵੀ 1 ਕਰੋੜ 20 ਲੱਖ ਦਾ ਤਾਂ ਇਹ ਸਿੱਧਾ ਹੀ 2 ਆਈਟਮਾਂ ਦਾ ਖਰਚਾ ਹੋ ਗਿਆ। ਇਸ ਤੋਂ ਇਲਾਵਾ ਟੈਕਸਿਸ ਨੇ, ਰੂਟੀਨ ਦੇ ਮਿਸਲੇਨੀਅਸ ਖਰਚੇ ਨੇ, ਐਡਮਿਨਿਸਟ੍ਰੇਟਿਵ ਕਾਸਟ ਹੈ ਸਾਰਾ, ਕੋਈ ਐਮਐਸਸੀਟੀ ਕਲੇਮ ਕੇਸਾਂ ਦੇ ਖਰਚੇ ਨੇ ਵਗੈਰਾ, ਕੋਈ ਮੇਨਟੇਨੈਂਸ ਦੇ ਖਰਚੇ ਨੇ, ਵਰਕਸ਼ਾਪ ਦੀਆਂ ਬੱਸਾਂ ਦੇ ਰੱਖ ਰਖਾਵ ਦੇ ਖਰਚੇ ਨੇ, ਬਿਜਲੀ ਪਾਣੀ ਦੇ ਬਿੱਲ, ਅਨੇਕਾਂ ਖਰਚੇ ਹੁੰਦੇ ਨੇ ਡਿਪਾਰਟਮੈਂਟ ਦੇ। ਤੇ ਉਹ ਇਹ ਤੋਂ ਇਲਾਵਾ ਦੈਟ ਮੀਨਸ ਵੀ 1 ਕਰੋੜ 40-45 ਲੱਖ, 40 ਲੱਖ ਤੋਂ ਘੱਟ ਖਰਚਾ ਨਹੀਂ ਹੈ ਡੇਲੀ ਦਾ। ਜੀ ਜੀ ਤੇ ਇਹ ਸੰਕਟ ਬਣਨਾ ਹੈ ਇਸ ਵੇਲੇ, ਜਿਹੜਾ ਮਤਲਬ ਇੰਨੀ ਪੈਸਾ ਘੱਟ ਹੈ। ਇਹ ਆਮਦਨ ਪੀਆਰਟੀਸੀ ਦੀ ਇਦੋਂ ਪਹਿਲਾਂ ਕਿਤੇ ਸਾਲ ਪਹਿਲਾਂ 1.5 ਕਰੋੜ ਨੂੰ ਵੀ ਟੱਚ ਕਰ ਗਈ ਸੀ। ਉਹਦੇ ਹੁਣ ਵੱਖ-ਵੱਖ ਕਾਰਨ ਗਿਣਾ ਸਕਦੇ ਹਾਂ ਵੀ ਅਸੀਂ ਇਸ ਸਰਕਾਰ ਦੇ ਹੁੰਦਿਆਂ ਵੀ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਜਿਨ੍ਹਾਂ ਨੂੰ ਅਸੀਂ ਬਾਦਲ ਸਰਕਾਰ ਨਾਲ ਜ਼ਿਆਦਾ ਜੋੜਦੇ ਹੁੰਦੇ ਸੀ। ਪਰ ਹੈਰਾਨਗੀ ਦੀ ਗੱਲ ਹੈ ਵੀ ਸਰਕਾਰ ਦਾਅਵਾ ਕਰਦੀ ਸੀ ਵੀ ਅਸੀਂ ਪ੍ਰਾਈਵੇਟ ਮਾਫੀਆ ਦਾ ਲੱਕ ਤੋੜ ਦਾਂਗੇ, ਜਿਹੜਾ ਗੈਰ ਕਾਨੂੰਨੀ ਚੱਲਦਾ, ਜਿਹੜਾ ਟਾਈਮ ਟੇਬਲ ਨਹੀਂ ਬਣਨ ਦੇ ਰਿਹਾ, ਜਿਨ੍ਹਾਂ ਦਾ ਗਲਬਾ ਹੈ ਆਰਟੀ ਆਫਿਸਿਸ ਦੇ ਉੱਤੇ। ਉਹ ਗਲਬਾ ਸਾਰਾ ਉਸੇ ਤਰ੍ਹਾਂ ਬਰਕਰਾਰ ਹੈ, ਉਸੇ ਤਰ੍ਹਾਂ ਇਲੀਗਲ ਆਪਰੇਸ਼ਨ ਹੈ। ਟਾਈਮ ਟੇਬਲਾਂ ਦੇ ਵਿੱਚ ਬਹੁਤ ਵੱਡੀ ਹੇਰਾਫੇਰੀ ਸਰਕਾਰੀ ਟਰਾਂਸਪੋਰਟ ਦੇ ਵਿਰੁੱਧ ਬੜੀ ਧੜੱਲੇ ਦੇ ਨਾਲ ਚੱਲ ਰਹੀ ਹੈ। ਇੱਕ ਉਹ ਕਾਰਨ ਵੀ ਬਣਿਆ ਆਮਦਨ ਘਟਣ ਦਾ, ਔਰ ਦੂਜਾ ਕਾਰਨ ਮੈਂ ਇਹ ਵੀ ਸਮਝਦਾ ਵੀ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸੂਬੇ ਦੀ ਸਰਕਾਰ ਹੈ, ਜਿਸ ਤਰ੍ਹਾਂ ਲੋਕਾਂ ਦੀ ਜੇਬ ਦੇ ਉੱਤੇ ਵੱਖ-ਵੱਖ ਰੂਪ ਦੇ ਵਿੱਚ, ਚਾਹੇ ਟੈਕਸਾਂ ਦੇ ਰੂਪ ਦੇ ਵਿੱਚ, ਸੈਸ ਦੇ ਰੂਪ ਦੇ ਵਿੱਚ, ਉਹਦੀ ਆਮਦਨ ਘਟਾਈ ਦੇ ਰੂਪ ਦੇ ਵਿੱਚ, ਜਿਵੇਂ ਠੇਕੇਦਾਰੀ ਸਿਸਟਮ ਦੀ ਜੋਬ ਹੀ ਕਹਿ ਲਈਏ ਆਪਾਂ, ਜਿਹੜੀ ਜੋਬ 40,000 ਤੋਂ ਸਟਾਰਟ ਹੋਣੀ ਆ, ਉਸ ਬੱਚੇ ਨੂੰ ਜੇ 10,000 ਮਿਲ ਰਿਹਾ ਹੈ, 30,000 ਰੁਪਏ ਪਰ ਮੰਥ ਦੀ ਠੱਗੀ ਤਾਂ ਉਹਦੇ ਨਾਲ ਲੱਗ ਹੀ ਗਈ। ਤੇ ਇਸ ਤਰ੍ਹਾਂ ਜਦੋਂ ਹਰ ਵਰਗ ਦੀ ਆਮਦਨ ਘਟ ਰਹੀ ਹੈ ਤਾਂ ਲਾਜ਼ਮੀ ਤੌਰ ਤੇ ਉਸ ਆਮਦਨ ਘਟਾਈ ਦਾ ਅਸਰ ਵੀ ਸਫ਼ਰ ਸਹੂਲਤਾਂ ਦੇ ਉੱਤੇ ਵੀ ਪੈਣਾ ਹੈ। ਜੀ 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 ਤੇ ਇਹ ਸਾਰਾ ਇਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਜੀ। ਤੇ ਦੇਖਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਕਰਦੀ ਹੈ ਤੇ ਸਾਨੂੰ ਕੀ ਕਰਨਾ ਪਏਗਾ। ਜੀ 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 ਧਾਲੀਵਾਲ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਕਿੰਨਾ ਪੈਸਾ ਸਾਡੇ ਕੋਲੇ ਆਉਣਾ ਹੁੰਦਾ ਤੇ ਕਿੰਨਾ ਉਹਦੇ ਤੇ ਖਰਚੇ ਹੋ ਜਾਂਦੇ ਨੇ, ਤੇ ਕਿੰਨੇ ਜਿਹੜੇ ਆ ਉਹ ਸਰਕਾਰ ਸਾਨੂੰ ਦੇ ਰਹੀ ਹੈ ਜਾਂ ਨਹੀਂ ਦੇ ਰਹੀ, ਉਹਦੇ ਲਈ ਵੀ ਤੁਹਾਨੂੰ ਸੰਘਰਸ਼ ਕਰਨਾ ਪੈ ਰਿਹਾ। ਪਰ ਜਿਸ ਤਰੀਕੇ ਨਾਲ ਸਰਕਾਰ ਨੇ ਇਹ ਫੈਸਲਾ ਲਿਆ, ਤੁਸੀਂ ਦੱਸਿਆ ਕਿ ਪਹਿਲਾਂ 170 ਕਰੋੜ ਦੇ ਕਰੀਬ ਜਿਹੜਾ ਪਹਿਲਾਂ ਪੈਸਾ ਹਲੇ ਬਕਾਇਆ ਖੜਾ ਹੈ, ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੋ ਹਾਲ ਰਿਹਾ ਤੇ ਜਿਹੜਾ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਜਿਹੜੀ ਹੈ ਇਹ ਡੁੱਬ ਜਾਏਗੀ? ਦੇਖੋ, ਗੱਲ ਤੁਸੀਂ ਸਵਾਲ ਛੋਟਾ ਪਰ ਗੱਲ ਬਹੁਤ ਲੰਬੀ ਹੈ। ਜੀ ਜੀ
ਜੇ ਆਪਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਤਬਾਹੀ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਚੱਲ ਰਹੀਆਂ ਨੇ, ਜੀ ਜੀ ਦੇਸ਼ ਕੀ ਆਪਾਂ ਅਦਾਰੇ ਗਣਾ ਕੇ ਵੀ ਅਸੀਂ ਤਾਂ ਥੱਕ ਗਏ ਹੁਣ, ਵੀ ਹਵਾਈ ਜਹਾਜ਼ਾਂ ਤੋਂ ਲੈ ਕੇ, ਡਿਫੈਂਸ ਤੋਂ ਲੈ ਕੇ, ਬੈਂਕਾਂ ਤੋਂ ਲੈ ਕੇ, ਇੰਸ਼ੋਰੈਂਸ ਤੋਂ ਲੈ ਕੇ, ਰੇਲਵੇ ਤੋਂ ਲੈ ਕੇ, ਕੋਲ ਮਾਈਨਸ ਤੋਂ ਲੈ ਕੇ, ਸਾਡੇ ਨੈਚੁਰਲ ਰਿਸੋਰਸਿਸ ਤੋਂ ਲੈ ਕੇ, ਸਭ ਕੁਝ ਜਦੋਂ ਵੇਚ ਵੱਟ ਦੇ ਉੱਤੇ ਲਾ ਦਿੱਤਾ। ਜੀ ਜੀ ਸਰਕਾਰ ਨੇ ਸਪਸ਼ਟ ਕਰ ਦਿੱਤਾ, ਮੋਦੀ ਨੇ, ਵੀ ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਡੂ ਦਾ ਬਿਜ਼ਨਸ, ਵੀ ਸਰਕਾਰ ਕੋਈ ਬਿਜ਼ਨਸ ਨਹੀਂ ਕਰੂਗੀ। ਓਕੇ ਸਰਕਾਰ ਇਸ ਸੇਵਾ ਦੇ ਖੇਤਰ ਦੇ ਵਿੱਚੋਂ ਬਾਹਰ ਨਿਕਲ ਗਈ ਇੱਕ ਤਰ੍ਹਾਂ ਦੀ। ਜੀ ਜੀ ਔਰ ਨਾਲ ਹੀ ਬਜਟ ਦੇ ਵਿੱਚ ਉਹਨਾਂ ਨੇ ਰੱਖਤਾ ਵੀ ਅਸੀਂ ਪੌਣੇ 4 ਲੱਖ ਕਰੋੜ ਰੁਪਇਆ ਪਬਲਿਕ ਸੈਕਟਰ ਦੀ ਵੇਚ ਵੱਟ ਤੋਂ ਪੈਦਾ ਕਰਾਂਗੇ ਬਜਟ ਦੇ ਵਿੱਚ ਜੀ 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 ਭਰਪਾਈ ਕਰਨ ਵਾਸਤੇ। ਹੁਣੇ 4 ਲੱਖ ਕਰੋੜ ਹੁਣ ਰੁਪਏ ਜਦੋਂ ਸਰਕਾਰ ਹੀ ਦੁਸ਼ਮਣ ਬਣ ਜੇ ਸਰਕਾਰੀ ਅਦਾਰਿਆਂ ਦੀ, ਜੀ ਜੀ ਤਾਂ ਉਹਦੇ ਚੱਲਣ ਦਾ ਸਕੋਪ ਬਹੁਤ ਘੱਟ ਰਹਿ ਜਾਂਦਾ ਹੈ। ਔਰ ਉਹਦੇ ਵਿੱਚ ਜਿਸ ਤਰ੍ਹਾਂ ਨਿੱਜੀਕਰਨ ਨੂੰ ਧੁੱਸ ਦੇ ਕੇ ਵਾੜਿਆ ਜਾ ਰਿਹਾ ਹੈ, ਅਦਾਰੇ ਇੱਕ ਤਰ੍ਹਾਂ ਦੇ ਡੁੱਬਦੇ ਬੇੜੇ ਵਾਂਗੂ ਸਾਹ ਲੈ ਰਹੇ ਹਨ। ਔਰ ਜਿਹੜੀ ਬਿਊਰੋਕ੍ਰੇਸੀ ਦਾ ਰੋਲ ਹੈ, ਬਿਊਰੋਕ੍ਰੇਸੀ ਔਰ ਇਹ ਨੀਤੀਆਂ ਦੇ ਘਾੜੇ ਜਿਹੜੇ ਪੋਲੀਟੀਸ਼ੀਅਨ ਨੇ, ਮੈਂ ਸਮਝਦਾ ਵੀ ਕਿ ਇੱਕ ਤਰ੍ਹਾਂ ਦੇ ਕਨਾਈਬੈਂਸ ਤੇ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਬੈਨੀਫਿਸ਼ਰੀ ਵੀ ਨੇ ਇਸ ਵੇਚ ਵੱਟ ਦੇ ਵਿੱਚ। ਜੀ ਜੀ ਅਫਸਰਸ਼ਾਹੀ ਨੂੰ ਵੀ ਉਹ ਇਹਦੇ ਬਚਾਅ ਦੇ ਵਿੱਚ ਨਹੀਂ ਹੈ। ਉਹ ਜੀ। ਸਰਕਾਰ ਦੀਆਂ ਨੀਤੀਆਂ ਲਾਗੂ ਕਰਨ ਦੇ ਨਾਂ ਦੇ ਥੱਲੇ ਇਸ ਵੇਚ ਵੱਟ ਦੇ ਵਿੱਚ ਆਪ ਵੀ ਹੱਥ ਰੰਗ ਰਹੀ ਹੈ ਤੇ ਪੋਲੀਟੀਸ਼ੀਅਨ ਨੂੰ ਖੁਸ਼ ਕਰਕੇ ਆਪਦੀਆਂ ਪਲਮ ਪੋਸਟਾਂ ਇੰਜੋਏ ਵੀ ਕਰ ਰਹੀ ਹੈ। ਜੀ। ਹੁਣ ਸਵਾਲ ਇਹ ਹੈ ਵੀ ਇਸੇ ਤਰ੍ਹਾਂ ਉਹਨਾਂ ਨੀਤੀਆਂ ਦੇ ਉੱਤੇ ਹੀ ਚੱਲਦੇ ਆ। ਇੱਕ ਤਾਂ ਸਕੋਪ ਵੀ ਲਿਮਟਿਡ ਹੁੰਦੇ ਨੇ ਕਿਸੇ ਸਟੇਟ ਦੇ, ਜੀ ਜੀ ਕੇਂਦਰ ਕੋਲੇ ਅਧਿਕਾਰ ਬਹੁਤ ਹੀ ਜ਼ਿਆਦਾ ਸੈਂਟਰਲਾਈਜ਼ ਹੋ ਗਈਆਂ ਪਾਵਰਸ ਤੇ ਹੋਰ ਸਾਰਾ ਕੁਝ। ਜੀ। ਪਰ ਕਾਂਗਰਸ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਵੀ ਹੈ, ਇਹ ਵੀ ਕੋਈ ਨਿੱਜੀਕਰਨ ਦੇ ਨੀਤੀਆਂ ਦੇ ਖਿਲਾਫ ਨਹੀਂ। ਜੇ ਅਸੀਂ ਵੱਖ-ਵੱਖ ਅਦਾਰਿਆਂ ਦੇ ਬਾਰੇ ਵੀ ਦੇਖ ਲਈਏ ਤਾਂ ਕਿਸ ਤਰ੍ਹਾਂ ਰੈਕ ਕੀਤਾ ਅਦਾਰਿਆਂ ਨੂੰ। ਅੱਜ ਯੂਨੀਵਰਸਿਟੀ ਦਾ ਹਾਲ ਤੁਸੀਂ ਦੇਖ ਲਓ ਵੀ ਮੁੱਦੇ ਮੂੰਹ ਕੀਤੀ ਪਈ ਹੈ ਯੂਨੀਵਰਸਿਟੀ। ਬਿਲਕੁਲ ਔਰ ਐਜੂਕੇਸ਼ਨ ਸਾਰੀ ਇੱਕ ਦੁਕਾਨਨੁਮਾ ਖੇਤਾਂ ਦੇ ਵਿੱਚ ਜਿਹੜੇ ਕਾਲਜ ਖੁੱਲੇ ਹੋਏ ਨੇ, ਕਹਿਣ ਨੂੰ ਵਿੱਦਿਆ ਉਹ ਅੱਗੇ ਜਾਲੀ ਸਰਟੀਫਿਕੇਟ ਹੁੰਦੇ ਸੀ, ਹੁਣ ਜਾਲੀ ਸਰਟੀਫਿਕੇਟ ਲੀਗਲਾਈਜ਼ ਕਰਕੇ ਇੱਕ ਤਰ੍ਹਾਂ ਦੇ ਤਕਸੀਮ ਹੋ ਰਹੇ ਨੇ। ਇਦੋਂ ਵੱਧੋ ਕੁਛ ਨਹੀਂ। ਔਰ ਜੀ। ਸਰਕਾਰੀ ਕਾਲਜ ਔਰ ਯੂਨੀਵਰਸਿਟੀ ਫਾਈਨੈਂਸ਼ੀਅਲ ਕਰੰਚ ਦੇ ਨਾਲ ਜਿਸ ਤਰ੍ਹਾਂ ਜੂਝ ਰਹੀ ਹੈ, ਇਸੇ ਤਰ੍ਹਾਂ ਹੀ ਜਿਹੜਾ ਸਾਡੇ ਅਦਾਰੇ ਦੀ ਵੀ ਗੱਲ ਹੈ, ਜਿਹੜੀ ਚਾਹੇ ਬੈਂਕਾਂ ਨੇ, ਕੋਈ ਅਦਾਰਾ ਸਰਕਾਰ ਦਾ ਇਸ ਵੇਲੇ ਉਹ ਸਾਰਿਆਂ ਨੂੰ ਇੱਕ ਤਰ੍ਹਾਂ ਘਾਟੇ ਦੇ ਵਿੱਚ ਡੋਬ ਦਿੱਤਾ ਗਿਆ। ਔਰ ਉਹਦੇ ਵਿੱਚ ਇਨਡਾਇਰੈਕਟ ਡਾਇਰੈਕਟ ਢੰਗ ਦੇ ਨਾਲ ਪ੍ਰਾਈਵੇਟਾਈਜੇਸ਼ਨ ਦੀ ਪੈਨੀਟ੍ਰੇਸ਼ਨ ਹੋ ਚੁੱਕੀ ਹੈ। ਜੀ ਜਿਵੇਂ ਬਹੁਤ ਸਾਰੀਆਂ ਸੇਵਾਵਾਂ, ਜਿਵੇਂ ਸਾਫ਼ ਸਫਾਈ ਦੀਆਂ ਸੇਵਾਵਾਂ ਸੁਲਭ ਨੂੰ ਦੇ ਦਿੱਤੀਆਂ ਗਈਆਂ ਨੇ, ਅੱਡਾ ਫੀਸ ਬੋਲੀ ਤੇ ਦੇ ਕੇ ਉਹ ਪ੍ਰਾਈਵੇਟਾਂ ਦੇ ਹਵਾਲੇ ਕਰਤੀ ਜਾਂਦੀ ਹੈ। ਕਿਲੋਮੀਟਰ ਸਕੀਮ ਦੇ ਤਹਿਤ ਗੱਡੀਆਂ ਹਾਇਰ ਕਰਕੇ ਉਹ ਬੜੀ ਮਿਲੀ ਭੁਗਤ ਹੈ। ਉਹਦੇ ਵਿੱਚ ਅਫਸਰਾਂ ਨੇ ਵੀ, ਵੱਡੇ ਬੰਦਿਆਂ ਨੇ ਵੀ, ਟਰਾਂਸਪੋਰਟਰ ਵੀ ਜਿਹੜੇ ਪ੍ਰਾਈਵੇਟ ਨੇ ਉਹ ਜੀ। ਇਸ ਅਦਾਰੇ ਦੇ ਵਿੱਚ ਆ ਘੁਸੇ ਤੇ ਲੇਬਰ ਵੀ ਹਾਇਰ ਕਰਕੇ, ਕਮਿਟਮੈਂਟ ਵੀ ਕੋਈ ਵਰਕਰ ਦੀ ਕਮਿਟਮੈਂਟ ਹੈ ਜਿਹੜੀ ਉਹਦੀ ਜੌਬ ਦੀ ਗਰੰਟੀ ਕੀ ਹੈ, ਉਹਨੂੰ এনवायरमेंट ਕਿਸ ਤਰ੍ਹਾਂ ਦਾ ਮਿਲ ਰਿਹਾ ਅਦਾਰੇ ਦੇ ਵਿੱਚ, ਜੀ ਜੀ ਤੇ ਉਹਦਾ ਗੁਜ਼ਾਰਾ ਹੁੰਦਾ ਕਿ ਨਹੀਂ ਉਸ ਨਾਲ। ਉਹ ਅਦਾਰੇ ਦੇ ਨਾਲ ਕਮਿਟਮੈਂਟ ਜੋੜਨ ਦੀ ਬਜਾਏ ਸਰਕਾਰ ਜਾਂ ਮੈਨੇਜਮੈਂਟਾਂ ਇਸ ਤਰ੍ਹਾਂ ਕਰਦੇ ਨੇ ਵੀ ਜਿਹੜਾ ਠੇਕੇ ਦਾ ਮੁਲਾਜ਼ਮ ਵੀ ਹੈ, ਵੀ ਉਹਨੂੰ ਹੋਰ ਚਰਾਹੇ 'ਚ ਖੜਾ ਕਰਕੇ ਵੀ ਇਹ ਤੋਂ ਹੋਰ ਕੀ ਚੁੰਡਿਆ ਜਾ ਸਕਦਾ। ਜਿਵੇਂ ਨੌਂਦਰਾਂ ਮਾਰਨੇ ਹੁੰਦੇ ਨੇ ਕਿਸੇ ਇਨਸਾਨ ਦੇ, ਉਹਦੇ ਕੱਲਾ ਪੈਸਾ ਉਹਦੀ ਜੇਬ 'ਚੋਂ ਇੰਨੀਆਂ ਸ਼ਰਤਾਂ ਆਇਦ ਕਰਕੇ ਉਹ ਵੀ ਠੇਕੇ ਦੇ ਉੱਤੇ ਚੜਾਤਾ, ਵੀ ਆਊਟਸੋਰਸ ਕਰਕੇ ਬਾਹਰੋਂ ਹਾਇਰ ਕਰਕੇ ਲੇਬਰ ਇੱਥੇ ਲੈ ਕੇ ਆਉਣੇ ਆ। ਇੱਕ ਤਰ੍ਹਾਂ ਦਾ ਲੱਗ ਹੀ ਨਹੀਂ ਰਿਹਾ ਵੀ ਕੋਈ PRTC ਦਾ ਜਾਂ ਰੋਡਵੇਜ਼ ਦਾ ਜਾਂ ਇਸ ਤਰ੍ਹਾਂ ਦੇ ਅਦਾਰਿਆਂ ਦਾ ਕੋਈ ਵਾਤਾਵਰਨ ਛੱਡਿਆ ਸਰਕਾਰ ਨੇ। ਉੱਥੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹ ਅਫਸਰਾਂ ਦੇ ਨਾਲ ਉਹਨਾਂ ਦੇ ਤਾਲਮੇਲ ਤੇ ਕਿਵੇਂ ਉਹਨਾਂ ਦੀਆਂ ਗੱਡੀਆਂ ਉੱਥੇ ਘੁੰਮਦੇ ਨੇ, ਸਾਰਾ ਕੁਛ ਇਉਂ ਜਾਪਦਾ ਦੇਖਣ ਨੂੰ ਵੀ ਇਹ ਅਦਾਰੇ ਬੁਰੀ ਤਰ੍ਹਾਂ ਸਾਜ਼ਿਸ਼ ਦਾ ਸ਼ਿਕਾਰ ਨੇ ਤੇ ਇਹਨਾਂ ਦਾ ਭੋਗ ਪਾ ਦਿੱਤਾ ਜਾਊ ਸਰਕਾਰ ਨੇ। ਇਹਦਾ ਠੀਕਰਾ ਜਿਹੜਾ ਉਹ ਵਰਕਰਾਂ ਦੇ ਉੱਤੇ, ਵਰਕਰ ਦੀ ਐਫੀਸ਼ੀਐਂਸੀ ਦੇ ਉੱਤੇ ਭੰਨਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਇਸ ਅਦਾਰੇ ਦੇ ਨਾਲ ਜੇ ਹੁਣ ਅਸੀਂ ਆਪਦੇ ਅਦਾਰੇ ਦੀ ਗੱਲ ਕਰ ਲਈਏ, 4 ਸਾਲ ਤੋਂ ਇਸ ਅਦਾਰੇ ਦੇ ਵਿੱਚ ਕੋਈ ਗੱਡੀ ਨਹੀਂ ਪੈਣ ਦਿੱਤੀ ਸਰਕਾਰ ਨੇ ਹਾਲੇ ਤੱਕ। ਜੀ ਜੀ 256 ਗੱਡੀਆਂ ਦਾ ਹੁਣ ਸਾਡੇ ਚੇਅਰਮੈਨ ਐਲਾਨ ਕਰੀ ਜਾਂਦਾ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਤਰ੍ਹਾਂ ਪਾ ਸਕੇ। ਫਾਈਲਾਂ ਦੇਖੋ ਜੇ ਇਹਨਾਂ ਦੀਆਂ ਕਿਤੇ ਮੰਗ ਕੇ ਤਾਂ ਕੀ ਮੂਵ ਕਰਦੇ ਆ, ਕੀ ਖੇਡਾਂ ਖੇਡੀਆਂ ਜਾਂਦੀਆਂ ਨੇ ਉਹਦੇ ਵਿੱਚ। ਮੈਂ ਅਸੈਂਬਲੀ ਦੇ ਵਿੱਚ ਕੁਐਸਚਨ ਉਠਵਾ ਕੇ 100 ਗੱਡੀਆਂ ਦੀ ਫਾਈਲ ਮੰਤਰੀ ਤੋਂ ਕਢਵਾਈ ਸੀ, ਆਪੋਜੀਸ਼ਨ ਤੋਂ ਕੁਐਸਚਨ ਰੇਜ਼ ਕਰਵਾ ਕੇ ਉੱਥੇ। ਜੀ 100 ਗੱਡੀਆਂ ਦੀ ਫਾਈਲ ਵੀ ਇਸ ਸਰਕਾਰ ਨੇ ਕਲੀਅਰ ਨਹੀਂ ਕਰਕੇ ਦਿੱਤੀ 7 ਮਹੀਨੇ। ਜੀ ਇਹ ਹਾਲਤ, ਪਰ ਜਦੋਂ ਇਸ ਤਰ੍ਹਾਂ ਉਹਦੀ ਫੀਡਬੈਕ ਹੀ ਨਹੀਂ, ਅਦਾਰੇ ਨੂੰ ਕੋਈ ਸਿਰ ਤੇ ਹੱਥ ਹੀ ਨਹੀਂ ਰੱਖਣਾ ਜਿਹੜਾ ਪਬਲਿਕ ਸੇਵਾ ਦਾ ਅਦਾਰਾ ਹੈ। ਜੇ ਸਰਕਾਰ ਉਹਦੀ ਮਦਦ ਦੇ ਵਿੱਚ ਤਿਲ ਫੁੱਲ, ਜਦੋਂ ਇਹ ਸਸਤੇ ਸਫ਼ਰ ਦੀਆਂ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਦੇ ਵਿੱਚ ਸ਼ਾਮਲ ਹੈ, ਜਿਵੇਂ ਵਿੱਦਿਆ ਦਾ ਕੰਮ ਸ਼ਾਮਲ ਹੈ, ਇਸ ਤਰ੍ਹਾਂ ਇਹ ਆਮ ਲੋਕਾਂ ਦੀ ਸਫ਼ਰ ਦੀ ਸਹੂਲਤ ਹੈ। ਇਹਨੂੰ ਵੀ ਕਮਰਸ਼ੀਅਲਾਈਜ਼ ਕਰਕੇ ਇਸ ਐਂਗਲ ਤੋਂ ਦੇਖਣਾ ਵੀ ਇਹਨੂੰ ਕਮਰਸ਼ੀਅਲਾਈਜ਼ ਕਰਕੇ ਇਹਦੇ ਵਿੱਚੋਂ ਕੱਢਣਾ ਸਾਰਾ ਕੁਛ,
ਸੋ ਇਹ ਅਦਾਰੇ ਹੁਣ ਸਾਨੂੰ ਇੱਕ ਤਰ੍ਹਾਂ ਡੁੱਬਦੀ ਬੇੜੀ ਵਾਂਗੂ ਨਜ਼ਰ ਆ ਰਹੇ ਨੇ। ਬਹੁਤ ਛੇਤੀ ਜੇ ਸਰਕਾਰਾਂ ਨੇ ਨਾ ਆਪਦੀ ਨੀਤੀ ਦੇ ਵਿੱਚ ਕੋਈ ਫਰਕ ਪਾਇਆ ਜਾਂ ਇਸ ਅਦਾਰੇ ਦੀ ਸਪੋਰਟ ਦੇ ਉੱਤੇ ਖੜੀ ਸਰਕਾਰ, ਤਾਂ ਇਹ ਡੁੱਬਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਰਹੇ ਨੇ। ਜੀ ਧਾਲੀਵਾਲ ਸਾਹਿਬ, ਤੁਸੀਂ ਇੱਕ ਗੱਲ ਕੀਤੀ ਹੈ ਕਿ ਸਰਕਾਰਾਂ ਜਿਹੜੀਆਂ ਉਹ ਆਪਣੇ ਅਦਾਰੇ ਵੇਚ ਰਹੀਆਂ ਨੇ। 4.25 ਲੱਖ ਕਰੋੜ ਰੁਪਏ ਦਾ ਜਿਹੜਾ ਐਲਾਨ ਵੀ ਹੋ ਚੁੱਕਿਆ ਕਿ 4.25 ਲੱਖ ਕਰੋੜ ਰੁਪਏ ਦਾ ਜਿਹੜਾ ਸੈਂਟਰ ਅਦਾਰੇ ਵੇਚੇਗਾ। ਪੰਜਾਬ ਸਰਕਾਰ ਨੇ ਕਿੰਨੀਆਂ ਜ਼ਮੀਨਾਂ ਵੇਚਤੀਆਂ, ਇਹ ਸਾਰਿਆਂ ਦੇ ਸਾਹਮਣੇ ਹੈ। ਹੋਰ ਵੀ ਅੱਗੇ ਕਿੰਨਾ ਕੁਝ ਸੇਲ ਦੇ ਉੱਤੇ ਲੱਗਿਆ ਹੋਇਆ। ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰੀ ਅਦਾਰੇ ਇਸੇ ਤਰ੍ਹਾਂ ਵਿਕਦੇ ਚਲੇ ਗਏ, ਉਹਨਾਂ ਦਾ ਨਿੱਜੀਕਰਨ ਹੁੰਦਾ ਚਲਾ ਗਿਆ, ਤਾਂ ਫਿਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਆਉਣ ਵਾਲੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਕਿ ਸਰਕਾਰੀ ਨੌਕਰੀ ਦੀ ਤਾਂਘ ਰੱਖਦੇ ਨੇ, ਉਹ ਬੰਦਿਆਂ ਦਾ ਜਿਹੜਾ ਭਵਿੱਖ ਹੈ ਫਿਰ ਉਹ ਤਾਂ ਖਤਮ ਹੋ ਗਿਆ। ਜਿਹੜੇ ਲੱਗੇ ਹੋਏ ਨੇ ਉਹਨਾਂ ਦਾ ਵੀ ਭਵਿੱਖ ਖਤਮ ਹੋ ਗਿਆ, ਤੇ ਜਿਹੜੇ ਆਉਣ ਵਾਲੇ ਨੌਕਰੀ ਦੀ ਤਾਂਘ ਵਿੱਚ ਬੈਠੇ ਨੇ ਉਹਨਾਂ ਦਾ ਵੀ ਭਵਿੱਖ ਖਤਮ ਹੋ ਗਿਆ। ਅਜਿਹੇ ਵਿੱਚ ਤੁਸੀਂ ਜਿਹੜੇ ਵਰਕਰ ਯੂਨੀਅਨ ਦਾ ਜਿਹੜੇ ਅਹਿਮ ਰੋਲ ਤੁਸੀਂ ਅਦਾ ਕਰ ਰਹੇ ਹੋ, ਵਰਕਰ ਯੂਨੀਅਨ ਦੇ ਵਿੱਚ ਤੁਸੀਂ ਅਹੁਦੇਦਾਰ ਹੋ। ਵਰਕਰ ਯੂਨੀਅਨਾਂ ਜਿਹੜੀਆਂ ਨੇ ਆਪਣੇ ਮੁਲਾਜ਼ਮਾਂ ਦੀ ਜਿਹੜੀ ਭਲਾਈ ਵਾਸਤੇ ਕੰਮ ਕਰਦੀਆਂ ਨੇ, ਅਜਿਹੇ ਵਿੱਚ ਫਿਰ ਮੁਲਾਜ਼ਮ ਜਥੇਬੰਦੀਆਂ ਕਿਉਂ ਚੁੱਪ ਬੈਠੀਆਂ ਨੇ ਇਸ ਵੇਲੇ? ਦੇਖੋ ਕੁਲਵੰਤ ਜੀ, ਸਵਾਲ ਤੁਹਾਡਾ ਇਹ ਵੀ ਬਹੁਤ ਵਿਸਥਾਰ 'ਚ ਵਿਆਖਿਆ ਮੰਗਦਾ ਹੈ। ਜੇ ਆਪਾਂ ਹਿੰਦੁਸਤਾਨ ਦੇ ਲੈਵਲ ਤੋਂ ਆਪਾਂ ਦੇਖ ਲਈਏ, ਜੋ ਨੀਤੀਆਂ ਪ੍ਰੋ ਕਾਰਪੋਰੇਟ ਨੀਤੀਆਂ ਚੱਲ ਰਹੀਆਂ ਨੇ, ਉਹਦਾ ਸਿੱਧਾ ਤੇ ਸਿੱਧਾ ਫੰਡ ਹੈ 95% ਜਨਤਾ ਨੂੰ ਉਹ ਸਸਤੀ ਲੇਬਰ ਦੇ ਵਿੱਚ ਬਦਲਣਾ ਚਾਹੁੰਦੇ ਨੇ। ਚਾਹੇ ਆਪਾਂ ਕਿਸਾਨਾਂ ਦੀ ਮੂਵਮੈਂਟ ਲਾ ਲਈਏ, ਸਾਰੀ ਕਿਸਾਨੀ ਨੂੰ, ਕਿਸਾਨੀ ਦੇ ਹੱਥ 'ਚੋਂ ਸਭ ਕੁਝ ਖੋਹ ਕੇ ਉਹਨੂੰ ਸਸਤਾ ਇੱਕ ਲੇਬਰ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਨੇ। ਇਸੇ ਤਰ੍ਹਾਂ ਹੀ ਸਾਰੇ ਦੇਸ਼ ਦੇ ਲੋਕਾਂ ਨੂੰ ਉਹ ਇੱਕ ਸਸਤੀ ਲੇਬਰ ਦੇ ਤੌਰ ਤੇ, ਸਿਰਫ ਦਿਮਾਗ 'ਚ ਕੀ ਹੈ ਮੋਦੀ ਸਾਹਿਬ ਦੇ, ਵੀ 5% ਲੋਕ ਹੁਣ ਜਿਹੜੇ ਇਸ ਦੇਸ਼ ਦੇ ਵਿੱਚ ਕਾਰੋਬਾਰ ਕਰਨ, ਮੋਨੋਪਲਾਈਜ਼ ਕਰਨ, ਉਹ ਛੋਟਿਆਂ ਨੂੰ ਵੀ ਖਾ ਜਾਣਗੇ ਤੇ ਉਹ ਮਨਮਰਜ਼ੀ ਦਾ ਸਾਰਾ ਗਲਬਾ, ਜਿਵੇਂ ਬਹੁਤ ਸਾਰਾ ਗਲਬਾ ਤਾਂ ਉਹਨਾਂ ਦਾ ਪੈ ਚੁੱਕਿਆ। ਜਿਸ ਤਰ੍ਹਾਂ ਉਹਨਾਂ ਦਾ ਧਨ ਵੱਧ ਰਿਹਾ, ਕਰੋਨਾ ਦੇ ਪੀੜ ਦੇ ਵਿੱਚ ਲੋਕ ਉਜੜੇ, ਉਹਨਾਂ ਦਾ 30% ਤੱਕ ਅੰਬਾਨੀਆਂ ਅਦਾਨੀਆਂ ਦਾ ਧਨ ਵਧਿਆ, ਔਰ ਉਹ ਦੁਨੀਆ ਦੇ ਮੈਪ ਦੇ ਉੱਤੇ ਟੌਪ 10 ਦੇ ਵਿੱਚ ਉਹਨਾਂ ਦੇ ਨਾਂ ਬੋਲਦੇ ਨੇ। ਤੇ ਇਸ ਰੇਸ ਦੇ ਨਾਲ ਜਿਵੇਂ ਧਨ ਕਿਹਦੀ ਜੇਬ ਚੋਂ ਨਿਕਲ ਰਿਹਾ ਤੇ ਕਿਹਦੀ ਜੇਬ 'ਚ ਜਾ ਰਿਹਾ, ਇਹ ਸਮਝਣਾ ਕੋਈ ਔਖਾ ਨਹੀਂ। ਆਮ ਲੋਕਾਂ ਦੀ ਜੇਬ 'ਚੋਂ ਧਨ ਨਿਕਲ ਕੇ ਉਹਨਾਂ ਕੋਲੇ ਕਨਸੈਂਟਰੇਟ ਹੋ ਰਿਹਾ ਤੇ ਸਰਕਾਰ ਉਹਨਾਂ ਦੀ ਪਿੱਠ ਦੇ ਉੱਤੇ ਠੋਕ ਵਜਾ ਕੇ ਖੜੀ ਹੈ। ਸਰਕਾਰ ਇਹੀ ਚਾਹੁੰਦੀ ਵੀ ਅਸੀਂ ਸਰਕਾਰ ਚਲਾਈਏ, 5% ਬੰਦੇ ਕੋਲੇ ਧਨ ਕੇਂਦਰਿਤ ਹੋਵੇ ਤੇ ਉਹ ਸਾਰਾ ਕਾਰੋਬਾਰ ਚਲਾਉਣ, ਤੇ ਬਾਕੀ ਦੀ ਜਨਤਾ ਜਿਹੜੀ ਸਸਤੀ ਲੇਬਰ ਦੇ ਤੌਰ ਦੇ ਉੱਤੇ ਚੌਂਕਾਂ ਦੇ ਵਿੱਚ ਵਿਕਾਊ ਮਾਲ ਮੰਡੀ ਦਾ ਮਾਲ ਬਣ ਕੇ ਰਹਿ ਜਾਣ। ਹੁਣ ਸਵਾਲ ਜਿਹੜਾ ਤੁਸੀਂ ਕੀਤਾ ਵੀ ਜਥੇਬੰਦੀਆਂ ਚੁੱਪ ਕਿਉਂ ਨੇ, ਦੂਜਾ ਤੀਜਾ ਕਿਉਂ ਚੁੱਪ ਹੈ, ਇਹ ਨਾ ਤਾਂ ਜ਼ਿੰਮੇਵਾਰੀ ਤੋਂ ਜਥੇਬੰਦੀਆਂ ਬਚ ਸਕਦੀਆਂ ਨੇ ਵੀ ਉਹ ਕਿੰਨਾ ਲੜਦੀਆਂ ਨੇ, ਬਖਰੇਵੇਂ ਨੇ ਜਥੇਬੰਦੀਆਂ ਦੇ ਵਿੱਚ, ਵਿਚਾਰਧਾਰਕ ਮਤਭੇਦ ਵੀ ਨੇ, ਪੈਨੀਟ੍ਰੇਸ਼ਨ ਵੀ ਹੈ ਸਰਕਾਰਾਂ ਦੀ ਜਥੇਬੰਦੀਆਂ ਦੇ ਵਿੱਚ। ਵੱਖ-ਵੱਖ ਪਾਰਟੀਆਂ ਜਿਹੜੀਆਂ ਇਹਨਾਂ ਨੀਤੀਆਂ ਦੇ ਸਮਰਥਕ ਪਾਰਟੀਆਂ ਨੇ, ਜਿਹੜੀਆਂ ਸਰਕਾਰਾਂ ਚਲਾਉਂਦੇ ਨੇ, ਉਹਨਾਂ ਨੇ ਵੀ ਆਪਦੇ ਵਿੰਗ ਖੜੇ ਕੀਤੇ ਹੋਏ ਨੇ, ਮੁਲਾਜ਼ਮਾਂ 'ਚ, ਮਜ਼ਦੂਰਾਂ 'ਚ, ਸਾਰਿਆਂ 'ਚ। ਉਹ ਉਸ ਲੜਾਈ ਦੇ ਸਿਖਰ ਤੱਕ ਜਾਂਦੇ ਹੀ ਨਹੀਂ ਹੈਗੇ ਤੇ ਉਹ ਇੱਕ ਤਰ੍ਹਾਂ ਦੇ ਮਤਲਬ ਨਾ ਉਹਨਾਂ ਦੀ ਉਸ ਤਰ੍ਹਾਂ ਦੀ ਕੋਈ ਸਿੱਖਿਆ ਹੁੰਦੀ ਹੈ। ਅਸੀਂ ਸਿਧਾਂਤਕ ਸੋਚ ਰੱਖਣ ਵਾਲੇ ਬੰਦੇ, ਅਸੀਂ ਸੋਚਦੇ ਹਾਂ ਵੀ ਪਬਲਿਕ ਪ੍ਰਾਪਰਟੀ ਦਾ ਜਾਂ ਹਿੰਦੁਸਤਾਨ ਦਾ ਧਨ ਦੀ ਕੋਈ ਬਰਾਬਰ ਵੰਡ ਨਾ ਸਹੀ, ਤੇ ਇਹਦਾ ਕੋਈ ਅਨੁਪਾਤ ਤਾਂ ਕੋਈ ਹੋਵੇ, 1:10 ਦੀ ਕੋਈ ਰੇਸ਼ੋ ਹੋਵੇ, 1:20 ਦੀ ਰੇਸ਼ੋ ਹੋਵੇ। ਇੱਥੇ ਤਾਂ 1 ਰੁਪਈਆ ਤੇ 1 ਕਰੋੜ ਦਾ ਡਿਫਰੈਂਸ ਤੋਂ ਵੀ ਵੱਧ ਡਿਫਰੈਂਸ ਪੈ ਰਿਹਾ। ਹੁਣ ਸਵਾਲ ਇਹ ਵੀ ਇਹ ਇਕੱਲੀ ਜਥੇਬੰਦੀਆਂ ਤੇ ਟੇਕ ਰੱਖ ਕੇ ਜੇ ਸਾਡਾ ਸਮਾਜ ਦੇਖੂਗਾ ਵੀ ਇਹ ਅਦਾਰਿਆਂ ਨੂੰ ਬਚਾਉਣਗੀਆਂ ਤੇ ਇਹੀ ਭਵਿੱਖ ਦੇ ਇੰਪਲੋਇਮੈਂਟ ਦਾ ਇੰਤਜ਼ਾਮ ਕਰਨਗੀਆਂ, ਇਹੀ ਦੇਸ਼ ਦੀ ਵੇਚ-ਵਟ ਬਚਾ ਦੇਣਗੀਆਂ, ਤਾਂ ਮੈਂ ਸਮਝਦਾ ਇੱਕ ਵੱਡੇ ਪੱਧਰ ਦੇ ਉੱਤੇ ਜੇ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਆਪੋਜੀਸ਼ਨ ਹੈ, ਕੁਛ ਆਪੋਜੀਸ਼ਨ ਦਾ ਖੇਤਰੀ ਪਾਰਟੀਆਂ ਲਾ ਲਓ, ਭਾਵੇਂ ਕਾਂਗਰਸ ਪਾਰਟੀ ਲਾ ਲਓ, ਇਹਨਾਂ ਦੀਆਂ ਨੀਤੀਆਂ ਤਾਂ ਉਹੀ ਸੀ ਤੇ ਆਪਾਂ ਜਿੱਥੇ ਉਹਨਾਂ ਨੇ ਰਾਜ ਕੀਤਾ, ਖੇਤਰੀ ਪਾਰਟੀਆਂ ਵੀ ਇੱਕ ਤਰ੍ਹਾਂ ਦੀਆਂ ਕਰਪਸ਼ਨ ਦੇ ਵਿੱਚ ਗ੍ਰਸਤ ਹੋ ਕੇ ਕੇਂਦਰ ਦੇ ਵਿੱਚ ਅਲਾਈਨ ਹੁੰਦੀਆਂ ਰਹੀਆਂ ਕੇਂਦਰੀ ਪਾਰਟੀਆਂ ਦੇ ਨਾਲ। ਤੇ ਅੱਜ ਉਹ ਪਾਰਟੀਆਂ ਵੀ ਇੱਕ ਜਾਂ ਦੂਜੇ ਰੀਜ਼ਨ ਕਰਕੇ ਉਸ ਤਰ੍ਹਾਂ ਖੁੱਲ੍ਹ ਕੇ ਨਹੀਂ ਖੜ ਰਹੀਆਂ ਦੇਸ਼ ਦੇ ਲੋਕਾਂ ਦੇ ਨਾਲ। ਉਹ ਲਿਪ ਸਰਵਿਸ ਦੇ ਰਾਹੀਂ ਮਤਲਬ ਘਰ ਪੂਰਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਪਰ ਉਹ ਖੁੱਲ੍ਹ ਕੇ ਮੈਦਾਨ ਦੇ ਵਿੱਚ ਜੋ ਕੁਛ ਵਰਤਾਅ ਹੋ ਰਿਹਾ ਔਰ ਇਹਦੇ ਜੋ ਭਵਿੱਖ ਤੇ ਅਸਰ ਪੈਣ ਵਾਲੇ ਨੇ, ਤੇ ਜੇ ਗਰੀਬੀ ਦੀ ਦਲਦਲ ਦੇ ਵਿੱਚ ਮਤਲਬ ਬੁਰੀ ਤਰ੍ਹਾਂ ਰੋਟੀ ਨੂੰ ਤਰਸਦੇ ਲੋਕ ਟੁਕੜਿਆਂ ਨੂੰ ਤਰਸਣਗੇ, ਉਸ ਹਾਲਤ ਵੱਲ ਨੂੰ ਵੱਧ ਰਿਹਾ। ਇਹ ਨਹੀਂ ਵੀ ਉਹ ਨੇਤਾ ਕੋਈ ਅਣਭਿੱਜ ਨੇ ਇਹਨਾਂ ਗੱਲਾਂ ਤੋਂ, ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਸੋ ਮੈਂ ਸਮਝਦਾ ਵੀ ਜਿਹੜੀ ਕੁੱਲ ਮਿਲਾ ਕੇ ਇਹ ਜਿਹੜੀ ਚੁੱਪ ਵਰਤੀ ਹੋਈ ਹੈ, ਥੋੜ੍ਹੇ ਬਹੁਤ ਰੌਲੇ ਨੂੰ ਛੱਡ ਲਈ ਆਪਾਂ, ਹਾਈਲਾਈਟ ਹੋ ਰਿਹਾ, ਮੂਵਮੈਂਟਾਂ ਉੱਠਦੀਆਂ ਨੇ, ਦਮ ਤੋੜ ਜਾਂਦੀਆਂ ਨੇ, ਕੁਝ ਚੱਲੀ ਜਾਂਦੀਆਂ ਨੇ, ਕੰਟੀਨਿਊਟੀ ਆ, ਕੁਛ ਮੀਡੀਆ ਕੰਟਰੀਬਿਊਟ ਕਰ ਰਿਹਾ, ਕੁਛ ਮੀਡੀਆ ਨਹੀਂ ਕੰਟਰੀਬਿਊਟ ਕਰ ਰਿਹਾ, ਪ੍ਰਚਾਰ ਦੇ ਸਾਧਨਾਂ
ਉਸ ਨਕਸ਼ੇ ਦੇ ਉੱਤੇ ਲੜਾਈ ਜਿੰਨੀ ਕਾਊਂਟਰ ਕਰਨ ਵਾਸਤੇ ਚਾਹੀਦੀ ਹੈ, ਉਹ ਲੜਾਈ ਨਹੀਂ। ਸਵਾਲ ਸਰਕਾਰਾਂ ਵਾਸਤੇ ਸਵਾਲ ਖੜੇ ਕਰਨਾ, ਇਹ ਜਿਹੜੀ ਚੁੱਪ ਵਰਤੀ ਹੈ, ਇਹ ਸਮਾਜ ਵਾਸਤੇ ਮੈਂ ਕਹਿੰਦਾ ਜੇ ਜਾਗਰਤੀ ਬੜੀ ਤੇਜ਼ੀ ਨਾਲ ਨਾ ਫੈਲੀ ਔਰ ਸਮਾਜ ਹਿੱਕ ਤਾਣ ਕੇ ਸਾਹਮਣੇ ਨਾ ਖੜਾ ਸਰਕਾਰ ਦੀ ਨੀਤੀਆਂ ਦੇ ਉੱਤੇ, ਤਾਂ ਸਰਕਾਰ ਆਪਦੀਆਂ ਚਾਲਾਂ ਇਸ ਤਰ੍ਹਾਂ ਵੀ ਚੱਲੀ ਜਾਊਗੀ। ਜਦੋਂ ਉਹਨੂੰ ਥੋੜ੍ਹਾ ਬਹੁਤਾ ਸੰਕਟ ਹੋਊਗਾ, ਉਹ ਕੋਈ ਖੇਤਰੀ ਮਜ਼੍ਹਬਾਂ, ਜਾਤਾਂ, ਧਰਮਾਂ ਦੇ ਬਖੇੜੇ ਖੜੇ ਕਰਕੇ, ਜਾਤਾਂ ਪਾਤਾਂ ਦੇ, ਉਹ ਜਿਸ ਪਾਸੇ ਨੂੰ ਮੋਦੀ ਸਰਕਾਰ ਚੱਲ ਰਹੀ ਹੈ, ਬੇਸ਼ਰਮੀ ਦੇ ਨਾਲ ਉਹ ਇਹ ਸਾਰਾ ਕੁਛ ਡੈਮੋਕ੍ਰੇਟਿਕ ਜਿਹੜਾ ਤਰੀਕਾਕਾਰ ਹੈ, ਜਿਹੜਾ ਧਰਮ ਨਿਰਪੱਖਤਾ ਦਾ ਤਰੀਕਾਕਾਰ ਹੈ, ਉਹ ਸਾਰਾ ਛੱਡ ਕੇ ਉਹ ਇੱਕ ਧਿਰ ਬਣ ਕੇ ਘੱਟ ਗਿਣਤੀਆਂ ਦੇ ਖਿਲਾਫ ਵੀ ਖੜ ਗਿਆ। ਉਹ ਤਾਂ ਵੋਟਾਂ ਦਾ ਧਰੁਵੀਕਰਨ ਕਰਕੇ ਕੋਈ ਟੇਕ ਰੱਖੀ ਹੋਈ ਹੈ ਵੀ ਲੋਕਾਂ ਨੇ ਵੋਟਾਂ ਹੁਣ ਕਾਰਗੁਜ਼ਾਰੀ ਦੇ ਆਧਾਰ ਤੇ ਨਹੀਂ ਪਾਉਣੀਆਂ, ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ, ਉਹਨਾਂ ਦੇ ਭਾਵਨਾਵਾਂ ਨੂੰ ਇੱਕ ਤਰ੍ਹਾਂ ਦਾ ਟੁੰਬ ਕੇ ਕਿਸੇ ਤਰੀਕੇ ਦੇ ਨਾਲ ਉਹ ਜਨੂਨ ਚੜਾ ਕੇ, ਮਤਲਬ ਉਹ ਇੱਥੋਂ ਚੱਲਦੇ ਨੇ ਵੀ ਜਿਵੇਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਵੇਲੇ ਲੜਾ ਕੇ 10 ਲੱਖ ਲੋਕ ਬਰਬਾਦ ਦਿੱਤੇ ਗਏ ਸੀ ਰਾਤੋਂ ਰਾਤ। ਇੱਥੇ ਤੱਕ ਵੀ ਇਹ ਸਰਮਾਏਦਾਰੀ ਜਾਂ ਕਾਰਪੋਰੇਟ ਜਗਤ ਹੈ ਜਿਹੜਾ, ਇਹ ਗੁਨਾਹ ਕਰਨ ਤੋਂ ਵੀ ਪਿੱਛੇ ਨਹੀਂ ਹਟੂਗਾ। ਸੋ ਏਡੀ ਵੱਡੀ ਭਿਆਨਕ ਤਸਵੀਰ ਜਿਹੜੀ ਭਵਿੱਖ ਦੀ ਕੁੱਖ ਦੇ ਵਿੱਚ ਹੈ, ਜੇ ਸਮਾਜ ਹਿੱਕ ਡਾ ਕੇ ਸਾਹਮਣੇ ਖੜਾ ਨਾ ਹੋਇਆ ਤਾਂ ਕੁਲਵੰਤ ਜੀ ਇਹ ਇਕੱਲੀਆਂ ਜਥੇਬੰਦੀਆਂ ਦੇ ਰੋਕਿਆ ਨਹੀਂ ਰੁਕਣਾ। ਜੇ ਸਮਾਜ ਸਮਝੂਗਾ ਵੀ ਇਹਨਾਂ ਸਰਕਾਰੀ ਅਦਾਰਿਆਂ ਦਾ ਕੀ ਰੋਲ ਸੀ ਦੇਸ਼ ਦੀ ਤਰੱਕੀ ਦੇ ਵਿੱਚ, ਦੇਸ਼ ਨੂੰ ਪੈਰਾਂ ਦੇ ਸਿਰ ਖੜਾ ਕੀਤਾ ਇਸਨੇ। ਜਦੋਂ ਸਾਡੇ ਸਾਧਨ ਵੀ ਸੀਮਤ ਸੀ, ਦੇਸ਼ ਤਾਜ਼ਾ ਆਜ਼ਾਦ ਹੋਇਆ ਸੀ, ਤਾਂ ਉਸ ਵੇਲੇ ਕਿੱਡੇ ਕਿੱਡੇ ਵੱਡੇ ਡੈਮ ਬਣ ਗਏ, ਕਿੱਡੇ ਵੱਡੇ ਅਦਾਰੇ ਬਣ ਗਏ, 9 ਰਤਨ ਸਥਾਪਿਤ ਹੋਏ ਪਬਲਿਕ ਸੈਕਟਰ ਵਰਗੇ, ਕਰੋੜਾਂ ਨੌਕਰੀਆਂ, ਪਿੰਡਾਂ ਤੱਕ ਨੌਕਰੀਆਂ, ਪੱਕੀਆਂ ਨੌਕਰੀਆਂ ਦਾ ਪਸਾਰ ਹੋਇਆ, ਪੈਨਸ਼ਨਾਂ ਦੀਆਂ ਸਹੂਲਤਾਂ, ਅਨੇਕਾਂ ਕਿਸਮ ਦੇ ਭੱਤੇ, ਕਲੋਨੀਆਂ, ਬੜੀਆਂ ਸਹੂਲਤਾਂ ਮਤਲਬ ਪੈਦਾ ਕਰਕੇ ਦਿੱਤੀਆਂ। ਅੱਜ ਸਰਕਾਰ ਇਹ ਕਹਿ ਰਹੀ ਹੈ ਵੀ ਸਾਡੇ ਕੋਲ ਕੋਈ ਪੈਸਾ ਨਹੀਂ, ਉਹ ਜ਼ਮੀਨਾਂ ਵੀ ਵੇਚ ਰਹੀ ਹੈ, ਉਹ ਅਦਾਰੇ ਵੀ ਵੇਚ ਰਹੀ ਹੈ, ਉਹ ਸਾਡੇ ਤੇ ਟੈਕਸਾਂ ਦੇ ਬੋਝ ਵੀ ਲੱਦ ਰਹੀ ਹੈ, ਉਹ ਸਾਡੀ ਆਮਦਨ ਨੂੰ ਵੀ ਖੋਰਾ ਲਾ ਰਹੀ ਹੈ। ਇਹਦੇ ਬਾਵਜੂਦ ਤੇ ਸਰਕਾਰ ਕਹਿੰਦੀ ਵੀ ਸਾਡੇ ਕੋਲੇ ਪੈਸਾ ਨਹੀਂ ਹੈ, ਕੋਈ ਟੈਕਸ ਨਹੀਂ ਘਟਿਆ ਕਿਸੇ ਪਾਸੇ। ਆਪਾਂ ਰੋਜ਼ ਦੇਖਦੇ ਹਾਂ ਜਿਹੜੇ ਛੋਟੀਆਂ ਬਚਤਾਂ ਵਾਲੇ ਲੋਕ ਸੀ, ਛੋਟੀਆਂ ਬਚਤਾਂ ਵਾਲੇ, ਉਹਨਾਂ ਦਾ ਬੈਂਕ ਰੇਟ ਆਫ ਇੰਟਰਸਟ ਹਾਫ ਤੇ ਲੈ ਆਉਂਦਾ। ਜਿਹੜੇ ਬੁਢਾਪੇ ਦੇ ਵਿੱਚ ਲੋਕ 4 ਪੈਸੇ ਬਚਾ ਕੇ ਭਰਪਾਈ ਕਰਦੇ ਸੀ ਵੀ ਮੈਂ ਆਪਦਾ ਗੁਜ਼ਾਰਾ ਚਲਾਊਂਗਾ, ਉਹਨਾਂ ਨੂੰ ਜੇ 12-13% ਵਿਆਜ ਮਿਲਦਾ ਸੀ, ਅੱਜ ਉਹ 6% ਤੇ ਆ ਗਿਆ। ਤੇ ਮਤਲਬ 6-7% ਦੀ ਠੱਗੀ ਉਸ ਬੰਦੇ ਨਾਲ ਵੀ ਲੱਗ ਰਹੀ ਹੈ। ਤੇ ਉਹ ਪੈਸਾ ਬੈਂਕਾਂ ਦੇ ਵਿੱਚ ਛੋਟੇ ਲੋਕ ਹੀ ਆਪਦਾ ਢਿੱਡ ਬੰਨ ਕੇ ਜਿਹੜੇ ਬਚਤਾਂ ਨਾਲ ਪੈਸਾ ਬੈਂਕਾਂ 'ਚ ਉਹੀ ਜਮ੍ਹਾਂ ਕਰਾਉਂਦੇ ਨੇ। ਵੱਡੇ ਕਾਰਪੋਰੇਟ ਘਰਾਣਿਆਂ ਨੇ ਤਾਂ ਬੈਂਕਾਂ ਨੂੰ ਲੁੱਟਿਆ ਹੀ ਹੈ। ਆਪਣੇ ਸਾਹਮਣੇ ਹੈ, ਜੇ 36 ਵੱਡੇ ਘਰਾਣੇ ਇੱਥੋਂ ਲੈ ਕੇ ਫਰਾਰ ਹੋ ਗਏ, ਜਾਂ ਰੋਜ਼ ਦਾ ਇੱਕ ਅੰਕੜੇ ਨੇ ਵੀ ਰੋਜ਼ ਦਾ 2000 ਵੱਡੇ ਅਮੀਰਾਂ ਚੋਂ ਵਿਦੇਸ਼ਾਂ ਦੀ ਸਿਟੀਜ਼ਨਸ਼ਿਪ ਲੈ ਰਿਹਾ, ਉਹ ਤਾਂ ਆਪਦਾ ਪੈਰਲਲ ਇਸ ਡਰ ਦੇ ਵਿੱਚੋਂ ਵੀ ਜੇ ਹਿੰਦੁਸਤਾਨ ਦੇ ਵਿੱਚ ਇੰਨੀ ਕਿਤੇ ਅਨਾਰਕੀ ਫੈਲ ਗਈ ਵੀ ਅਸੀਂ ਆਰਾਮ ਨਾਲ ਸੁਰੱਖਿਅਤ ਦੇਸ਼ਾਂ ਭੱਜ ਜਾਈਏ, ਬਾਹਰ ਵੀ ਆਪਦੀਆਂ ਪ੍ਰਾਪਰਟੀਆਂ ਸਥਾਪਿਤ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਮਾਫ ਕਰਨਾ ਮੈਂ ਤੁਹਾਨੂੰ ਇੱਥੇ ਰੋਕਾਂਗਾ ਕਿ ਤੁਸੀਂ ਇੱਕ ਤਰਕ ਦਿੱਤਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ, ਇਕੱਲੇ ਜਿਹੜੇ ਆ ਉਹ ਜਥੇਬੰਦੀਆਂ ਦੇ ਕੀਤਿਆਂ ਕੁਝ ਨਹੀਂ ਹੋਣਾ। ਪਰ ਅਗਰ ਇੱਕ ਗੱਲ ਨੂੰ ਆਪਾਂ ਸੱਚਾਈ ਮੰਨੀਏ, ਕਿਸਾਨ ਅੰਦੋਲਨ ਨੂੰ ਅੱਜ ਕਾਮਯਾਬ ਇਸ ਕਰਕੇ ਮੰਨਿਆ ਜਾ ਰਿਹਾ, ਵੱਡਾ ਅੰਦੋਲਨ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਕਿਸਾਨਾਂ ਨੇ ਖੁਦ ਪਹਿਲ ਕੀਤੀ ਹੈ। ਕਿਸਾਨ ਆਪ ਅੱਗੇ ਆਏ ਨੇ, ਕਿਸਾਨਾਂ ਨੇ ਪਹਿਲਾਂ ਲੜਾਈ ਸ਼ੁਰੂ ਕੀਤੀ ਹੈ, ਪਹਿਲਾਂ ਬਜ਼ੁਰਗਾਂ ਵੱਲੋਂ ਕੀਤੀ ਗਈ, ਫਿਰ ਜਿਹੜੇ ਨੌਜਵਾਨ ਉਹਨਾਂ ਨਾਲ ਰਲੇ, ਫਿਰ ਉਹਨਾਂ ਨਾਲ ਜਿਹੜੇ ਗਾਇਕ ਕਲਾਕਾਰ ਨਾਲ ਰਲੇ, ਫਿਰ ਹੋਰ ਸਾਰੇ ਵਰਗ ਨਾਲ ਜੁੜਦੇ ਚਲੇ ਗਏ। ਤੇ ਕੀ ਇਸ ਮਸਲੇ ਦੇ ਉੱਤੇ, ਕਿਉਂਕਿ ਇਹ ਮਸਲਾ ਜਿਹੜਾ ਮੁਲਾਜ਼ਮਾਂ ਦੇ ਰੁਜ਼ਗਾਰ ਦਾ ਮਸਲਾ ਹੈਗਾ, ਅੱਗੇ ਚੱਲ ਕੇ ਸਹੂਲਤਾਂ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਅੱਗੇ ਚੱਲ ਕੇ ਉਹਦਾ ਅਸਰ ਪਏਗਾ। ਪਹਿਲਾ ਅਸਰ ਪਏਗਾ ਮੁਲਾਜ਼ਮਾਂ ਦੇ ਉੱਤੇ, ਮੁਲਾਜ਼ਮਾਂ ਦੇ ਰੁਜ਼ਗਾਰ ਦਾ ਜਿਹੜਾ ਮਸਲਾ ਹੈਗਾ। ਕੀ ਇਸ ਮਸਲੇ ਦੇ ਉੱਤੇ ਤੁਹਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ, ਜਦੋਂ ਤੋਂ ਇਹ ਐਲਾਨ ਹੋਇਆ, ਕੀ ਤੁਹਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ ਆਪਸ ਦੇ ਵਿੱਚ ਕੋਈ ਗੱਲਬਾਤ ਕੀਤੀ ਹੈ? ਤੇ ਜੇ ਕੀਤੀ ਹੈ ਤਾਂ ਜਿੱਦਾਂ 32 ਜਥੇਬੰਦੀਆਂ ਜਿਹੜੀਆਂ ਨੇ, 40 ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਵੇਲੇ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਪਈਆਂ ਨੇ, ਕੀ ਆਪਣੀਆਂ ਜਥੇਬੰਦੀਆਂ ਵੀ ਆਉਣ ਵਾਲੇ ਸਮੇਂ 'ਚ ਇਕੱਠੀਆਂ ਹੋ ਕੇ ਇਕਜੁੱਟ ਹੋ ਕੇ ਲੜਾਈ ਲੜਨਗੀਆਂ? ਕੁਲਵੰਤ ਜੀ, ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਾਂ, ਹਿੰਦੁਸਤਾਨ ਦੇ ਪੈਮਾਨੇ ਦੇ ਉੱਤੇ 11 ਵੱਡੇ ਟ੍ਰੇਡ ਯੂਨੀਅਨ ਸੰਗਠਨ ਨੇ, ਸੈਂਟਰਲ ਨੇ ਜਿਹੜੇ, ਉਹਦੇ 'ਚੋਂ ਬੀਜੇਪੀ ਨਾਲ ਸੰਬੰਧਿਤ ਜਿਹੜਾ BMS ਦਾ ਸੰਗਠਨ ਹੈ, ਭਾਰਤੀ ਮਜ਼ਦੂਰ ਸੰਘ, ਉਹ ਬਾਹਰ ਹੈ ਕਿਉਂਕਿ ਉਹਨੇ ਤਾਂ ਸਰਕਾਰ ਦੇ ਮੁਤਾਬਕ ਚੱਲਣਾ। ਬਾਕੀ ਦੇ 10 ਟ੍ਰੇਡ ਯੂਨੀਅਨ ਸੰਗਠਨ ਉੱਥੇ ਲੰਮੇ ਸਮੇਂ ਤੋਂ ਉਹਨੇ ਜੁਆਇੰਟ ਪਲੇਟਫਾਰਮ ਬਣਾਇਆ ਹੈ ਆਲ ਇੰਡੀਆ ਲੈਵਲ ਦੇ ਉੱਤੇ। ਉਹ ਜੁਆਇੰਟ ਪਲੇਟਫਾਰਮ ਪਿਛਲੇ ਸਾਲ ਵੀ ਉਹਨੇ ਹੜਤਾਲ ਕੀਤੀ ਹੈ, 26 ਨਵੰਬਰ ਨੂੰ ਫਿਰ ਉਹਨਾਂ ਨੇ ਸਕਸੈਸਫੁਲ ਸਟ੍ਰਾਈਕ ਕੀਤੀ, ਜਿਹਦੇ ਵਿੱਚ ਸਾਡਾ ਅੰਦਾਜ਼ਾ ਵੀ 20 ਕਰੋੜ ਲੋਕਾਂ ਨੇ ਹਿੱਸਾ ਲਿਆ। ਇਹ ਗੱਲ ਤੁਹਾਡੀ ਠੀਕ ਹੈ ਵੀ ਕਿਸਾਨੀ ਸੰਘਰਸ਼ ਦਾ, ਤੇ ਇਹ ਸੰਘਰਸ਼ ਉਹ ਜਿਵੇਂ ਕਿਸਾਨੀ ਸੰਘਰਸ਼ ਨੇ ਟੁੰਬ ਕੇ ਇੱਕ ਦੁਨੀਆ ਦੇ ਨਕਸ਼ੇ ਦੇ ਉੱਤੇ ਉਹਦੀ ਚਰਚਾ ਲਿਆ ਦਿੱਤੀ,
ਜੀ ਜੀ ਯੂਐਨਓ ਤੱਕ ਜਾਂ ਕੁਝ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਉਹਦੀ ਚਰਚਾ ਹੋਈ। ਤਾਂ ਇਹ ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ ਸੰਘਰਸ਼ ਇਸ ਤਰ੍ਹਾਂ ਦੀ ਚਰਚਾ ਤਾਂ ਨਹੀਂ ਬਣਾ ਸਕਿਆ ਦੁਨੀਆ ਦੇ ਵਿੱਚ ਜਾਂ ਜੀ ਪੂਰੇ ਦੇਸ਼ ਦੇ ਵਿੱਚ। ਜੀ ਜੀ ਤੇ ਕਿਸਾਨੀ ਸੰਘਰਸ਼ ਦਾ ਕੁਛ ਇਹਦੇ ਨਾਲ ਅਸਰ ਇਹ ਵੀ ਹੈ ਵੀ ਕਿਸਾਨੀ 70% ਇਕੋਨਮੀ ਹੈ ਜਿਹੜੀ ਆਪਾਂ ਸਮਝਦੇ ਹਾਂ ਵੀ ਇੰਟੈਂਸਿਵ ਇੰਪਲੋਇਮੈਂਟ ਵੀ ਕਿਸਾਨੀ ਦਿੰਦੀ ਹੈ। ਜੀ 70% ਤਬਕਾ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਨਾਲ ਜੁੜਿਆ ਹੋਇਆ। ਜੁੜਾ ਹੈ ਬਿਲਕੁਲ ਸਮੁੱਚੀ ਕਿਸਾਨੀ ਦੇ ਉੱਤੇ ਜਦੋਂ ਐਡੇ ਵੱਡੇ ਚੰਕ ਦੇ ਉੱਤੇ ਉਹਨੇ ਹਮਲਾ ਕੀਤਾ ਤਾਂ ਉਹਦੀ ਸੁਭਾਵਿਕ ਪ੍ਰਕਿਰਿਆ ਦੇ ਵਿੱਚ ਪੰਜਾਬ ਨੇ ਜਿਹੜੀ ਪਹਿਲ ਕੀਤੀ ਜੀ ਤਾਂ ਕੁਝ ਸੂਬੇ, ਹਰਿਆਣਾ, ਬੜਾ ਜ਼ੋਰ ਲਾਉਣ ਦੇ ਬਾਵਜੂਦ ਬੀਜੇਪੀ ਨੇ ਬੜਾ ਕੋਸ਼ਿਸ਼ਾਂ ਕੀਤੀਆਂ ਡਰਾਉਣ ਧਮਕਾਉਣ ਤੇ ਸਾਰਾ ਕੁਝ ਕਰਨ ਦੀਆਂ। ਚਟਾਲਿਆਂ ਦੀ, ਜਿਹੜੇ ਦੁਸ਼ਯੰਤ ਚਟਾਲਾ ਵਰਗੇ ਦੀਆਂ ਗਦਾਰੀਆਂ ਦੇ ਕਿਸਾਨਾਂ ਦੇ ਨਾਲ ਬਾਵਜੂਦ ਉਹਨਾਂ ਨੇ ਸਰਕਾਰ ਦੀ ਪਰਵਾਹ ਨਾ ਕਰਦੇ ਹੋਏ ਇਸ ਅੰਦੋਲਨ ਦੇ ਵਿੱਚ ਬਰਾਬਰ ਦਾ ਮੋਢਾ ਨਾਲ ਲਾਇਆ। ਬਿਲਕੁਲ ਰਾਜਸਥਾਨ ਆ ਗਿਆ, ਯੂਪੀ ਆ ਗਿਆ, ਰਾਜਸਥਾਨ, ਪੱਛਮੀ ਯੂਪੀ ਆ ਗਿਆ, ਉੱਤਰਾਖੰਡ ਆ ਗਿਆ ਔਰ ਦੂਰ ਦਰਾਡੀਆਂ ਸਟੇਟਾਂ ਜਿਹੜੀਆਂ ਲਗਾਤਾਰ ਉਸ ਗਿਣਤੀ 'ਚ ਨਹੀਂ ਆ ਸਕਦੀਆਂ, ਪਰ ਉੱਥੇ ਮਤਲਬ ਉਸ ਕਿਸਮ ਦੀ ਚਰਚਾ ਦੇ ਨਾਲ ਇੱਕ ਛੋਟੇ ਜਾਂ ਵੱਡੇ ਸੰਘਰਸ਼ ਦੇ ਹਮਾਇਤ ਦੇ ਵਿੱਚ ਉਹ ਆਈਆਂ। ਬਿਲਕੁਲ ਤੇ ਉਹ ਚੱਲ ਰਿਹਾ। ਉਹ ਬੱਤੀਆਂ ਦੇ ਬਖਰੇਵਿਆਂ ਦੇ ਬਾਵਜੂਦ, ਬੱਤੀ ਜਥੇਬੰਦੀਆਂ ਦੇ ਬਾਵਜੂਦ ਇੱਕ ਸਾਂਝਾ ਗੋਲ ਬਣ ਗਿਆ ਤੇ ਵੱਡਾ ਚੈਲੰਜ ਇੱਕਦਮ ਉਹਨੇ ਸੁੱਟਿਆ। ਔਰ ਮੋਦੀ ਦੀ ਇਹ ਉਮੀਦ ਸੀ, ਮੋਦੀ ਨੂੰ ਵੀ ਅੜਿਆ ਵੀ ਹੋਇਆ ਹਲੇ ਆਪਣੀ ਗੱਲ ਦੇ ਉੱਤੇ, ਕਾਰਪੋਰੇਟਾਂ ਨੇ ਪਿੱਛੋਂ ਡੰਡਾ ਚੜਿਆ ਹੋਇਆ, ਜਿਨ੍ਹਾਂ ਨੂੰ ਸੈਲੋ ਗੋਡਾਊਨ ਬਣਾਉਣ ਵਾਸਤੇ ਇੱਕ ਸਾਲ ਪਹਿਲਾਂ ਸੰਵਿਧਾਨ ਦੀਆਂ ਸਹੁੰ ਖਾਧੀਆਂ ਹੁੰਦੀਆਂ ਨੇ ਗੁਪਤ ਰੱਖਣ ਦੇ ਭੇਦ। ਜੀ ਜੀ ਤੇ ਅਡਾਨੀਆਂ ਨੂੰ ਕਿਹਨੇ ਦੱਸਤਾ ਸੀ ਵੀ ਅਸੀਂ ਇਸ ਤਰ੍ਹਾਂ ਦੀ ਨੀਤੀ ਲਿਆ ਰਹੇ, ਤੇ ਹਜ਼ਾਰਾਂ ਸੈਲੋ ਗੋਡਾਊਨ ਉਹਨਾਂ ਨੇ ਲੱਖਾਂ ਮੀਟ੍ਰਿਕ ਟਨ ਦੀ ਕਪੈਸਿਟੀ ਵਾਲੇ ਬਣਾ ਲਏ। ਜੀ ਤੇ ਉਹ ਜਿਨ੍ਹਾਂ ਨੇ ਇਨਵੈਸਟਮੈਂਟਾਂ ਕੀਤੀਆਂ ਨੇ ਮੋਦੀ ਦੇ ਲਾਰਿਆਂ ਦੇ ਨਾਲ, ਉਹ ਪਿੱਛੇ ਨਹੀਂ ਹਟਣ ਦੇ ਰਹੇ ਉਹਨੂੰ। ਇਸੇ ਫਸਲ ਦੇ ਉੱਤੇ ਡਾਕਾ ਮਾਰਨ ਦੀ ਜਿਹੜੀ ਸਰਕਾਰ ਦੀ ਨੀਤ ਸੀ, ਤਾਂ ਇਸ ਅੰਦੋਲਨ ਦੇ ਚੱਲਦਿਆਂ ਉਹਨੇ ਗੱਲਬਾਤ ਵੀ ਬੰਦ ਕਰ ਦਿੱਤੀ ਹੈ। ਉਹ ਇਹ ਵੀ ਦਿਖਾਊਗਾ ਵੀ ਆਹ ਐਤਕੀ ਤਾਂ ਚੱਕੀ ਗਈ ਜੀ ਫਸਲ, ਦੇਖੋ MSP ਤੇ ਚੱਕੀ ਗਈ ਕਿਸਾਨ। ਉਹਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਵੀ ਕਿਸੇ ਤਰ੍ਹਾਂ ਘੋਲਾਂ ਤੇ ਪੈਨੀਟ੍ਰੇਸ਼ਨ ਕਰਕੇ ਜਾਂ ਇਹਨੂੰ ਕਿਸੇ ਤਰ੍ਹਾਂ ਸੈਬੋਟੇਜ ਕਰਕੇ ਜਾਂ ਉਹ ਕੋਈ ਜ਼ਿਆਦਤੀ ਕਰਨ ਦੇ ਮੌਕੇ ਦੀ ਤਲਾਸ਼ ਦੇ ਵਿੱਚ ਵੀ ਮੈਂ ਕਿਸੇ ਤਰ੍ਹਾਂ ਇਸ ਘੋਲ ਨੂੰ ਖੰਡਾ ਦਾਂ। ਜਿਸ ਬੇਸ਼ਰਮੀ ਦੇ ਨਾਲ ਸਰਕਾਰ ਨੇ ਏਡੇ ਵੱਡੇ ਤਬਕੇ ਤੋਂ ਬੇਰੁਖੀ ਦਾ ਆਲਮ ਪੈਦਾ ਕੀਤਾ ਹੋਇਆ। 300 ਦੀ ਗਿਣਤੀ 'ਚ ਕਿਸਾਨ ਮਰ ਚੁੱਕੇ, ਸੰਵੇਦਨਸ਼ੀਲਤਾ ਹੀ ਨਹੀਂ ਸਰਕਾਰ ਦੇ ਵਿੱਚ। ਇੱਕ MLA ਦੇ ਨਾਲ ਕੋਈ ਇੱਥੇ ਮਾੜੀ ਮੋਟੀ ਵਧੀਕੀ ਹੋਈ ਤਾਂ ਕਿਵੇਂ ਸਾਰੇ ਦੇਸ਼ ਦੇ ਵਿੱਚ ਉਹ ਹੱਲਾ ਮਚਾਇਆ ਹੈ ਤੇ ਸਰਕਾਰਾਂ ਦੇ ਅਸਤੀਫੇ ਮੰਗ ਤੇ ਗਵਰਨਰੀ ਰਾਜ ਤੱਕ ਦੀਆਂ ਗੱਲਾਂ ਕਰਦੇ ਨੇ। ਸੋ ਇਹ ਹੈ ਵੀ ਕਿਸਾਨੀ ਅੰਦੋਲਨ ਨੇ ਪ੍ਰੇਰਨਾ ਸਰੋਤ ਬਣਿਆ। ਕਿਸਾਨੀ ਅੰਦੋਲਨ ਇਹਨੇ ਕਾਫੀ ਰੂਟਸ ਦੇ ਵਿੱਚ, ਹਰ ਜਥੇਬੰਦੀ ਦੇ ਵਿੱਚ ਹੁਣ ਇਸ ਗੱਲ ਦੀ ਚਰਚਾ ਹੁੰਦੀ ਹੈ ਵੀ ਸਾਨੂੰ ਕਿਸਾਨੀ ਸੰਘਰਸ਼ ਦੀ ਤਰਜ਼ ਦੇ ਉੱਤੇ ਘੋਲ ਵਿੱਢਣੇ ਪੈਣਗੇ। ਬਿਲਕੁਲ ਅਸੀਂ, ਜੇ ਤੁਸੀਂ ਕਹੋ ਵੀ ਅਸੀਂ ਕੀ ਕਰਦੇ ਹਾਂ, ਅਸੀਂ ਵੀ ਇਹ ਕੋਈ ਔਰਤਾਂ ਦੇ ਫ੍ਰੀ ਟਰੈਵਲਿੰਗ ਕਰਕੇ ਨਹੀਂ ਅਸੀਂ ਛੇੜਿਆ। ਪਿਛਲੇ ਦਿਨਾਂ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਸਾਡੇ ਮੁੰਡੇ ਕੰਮ ਕਰਦੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ, ਉਹਨਾਂ ਤੇ ਹੋਰ ਸ਼ਰਤਾਂ ਆਇਦ ਕੀਤੀਆਂ। ਅਸੀਂ ਜਥੇਬੰਦੀ ਦੀ ਐਕਸ਼ਨ ਕਮੇਟੀ ਦੀ ਮੀਟਿੰਗ ਲਾਈ, ਕਾਫੀ ਰੈਲੀ ਮੁਜ਼ਾਹਰੇ ਹੋਏ। ਸੋਮਵਾਰ ਨੂੰ ਅਸੀਂ ਇਹਨਾਂ ਦੇ ਹੱਥ ਦੇ ਵਿੱਚ ਮੈਮੋਰੰਡਮ ਮੰਗ ਪੱਤਰ ਥਮਾ ਦੇਣੇ ਨੇ ਔਰ ਉਹਦੇ 'ਚ ਜੇ PRTC ਉਹਦੇ ਤੋਂ ਪਿੱਛੇ ਨਹੀਂ ਹਟਦੀ ਤਾਂ ਅਸੀਂ ਉਹਦੇ 'ਤੇ ਐਜੀਟੇਸ਼ਨ ਦੀ ਵਿਉਂਤਬੰਦੀ ਦਾ ਵੀ ਐਲਾਨ ਕਰਾਂਗੇ। ਸੋ ਇਹ ਅਦਾਰੇ ਸੰਭਾਵਕ ਹੈ ਵੀ ਜਿੱਥੇ ਸੱਟ ਪੈਣੀ ਹੈ, ਏਕਤਾ ਵੀ ਬਣਨੀ ਹੈ ਔਰ ਸੰਘਰਸ਼ ਵੀ ਚੱਲਣੇ ਨੇ। ਔਰ ਹੁਣ ਇਹ ਕਾਫੀ ਅਹਿਸਾਸ ਸਾਡੇ ਵਰਕਰ ਦੇ ਵਿੱਚ ਇਹ ਹੋ ਰਿਹਾ ਵੀ ਹੁਣ PRTC ਨੂੰ ਜਾਂ ਰੋਡਵੇਜ਼ ਨੂੰ ਸਰਕਾਰ ਨੇ ਇਹਦੀ ਸਰਪ੍ਰਸਤੀ ਛੱਡਣ ਦੇ ਬਰਾਬਰ ਕੀਤੀ ਹੋਈ ਹੈ। ਅਫਸਰਾਂ ਦੀ ਫਿਕਰਮੰਦੀ ਉਸ ਲੈਵਲ ਦੀ ਨਹੀਂ, ਉੱਪਰ ਭਾਵੇਂ ਚਾਹੇ ਫਿਕਰਮੰਦੀ ਦਿਖਾਉਂਦੇ ਨੇ ਕਿਉਂਕਿ ਦੇ ਆਰ ਸਿਕਿਉਰ, ਬਿਲਕੁਲ ਫਾਈਨੈਂਸ਼ੀਅਲੀ ਸਿਕਿਉਰ ਨੇ। ਉਹ ਆਪਣੇ ਬੱਚੇ ਵੀ ਸੈਟਲ ਕਰ ਗਏ। ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ ਉਹਦੀ ਹੋਂਦ ਹੀ ਅਦਾਰੇ ਦੇ ਨਾਲ ਜੁੜੀ ਹੋਈ ਹੈ। ਸੋ ਇਸ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਤਾਂ ਆਪਦੀ ਵਾਹ ਲੱਗਦੀ ਮਤਲਬ ਲੜਾਂਗੇ। ਪਰ ਮੈਂ ਜਿਹੜੀ ਪਹਿਲੀ ਗੱਲ ਇਹ ਕਹੀ ਸੀ ਵੀ ਸਾਡੇ ਸਮਾਜ ਨੂੰ, ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਇਹਨਾਂ ਮੁਲਾਜ਼ਮਾਂ ਨਾਲ, ਇਹਨਾਂ ਮਜ਼ਦੂਰਾਂ ਨਾਲ, ਬੇਰੁਜ਼ਗਾਰਾਂ ਨਾਲ, ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ ਜੋ ਕੁਝ ਹੋ ਰਿਹਾ, ਉਹ ਪਰਿਵਾਰਾਂ ਦਾ, ਉਸ ਸਾਰੇ ਸਮਾਜ ਦਾ ਜਿਹੜਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਜਿਹਦੀ ਅਸੀਂ ਕੋਸ਼ਿਸ਼ ਕਰਾਂਗੇ। ਜਿਵੇਂ ਸਾਡੀਆਂ ਟ੍ਰੇਡ ਯੂਨੀਅਨਾਂ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨੀ ਸੰਘਰਸ਼ ਦੀ ਮਦਦ ਕਰ ਰਹੀਆਂ ਨੇ। ਇਹ ਵੀ ਅਹਿਸਾਸ ਜਾਗਿਆ ਕਿਸਾਨੀ ਤੇ ਮਜ਼ਦੂਰਾਂ ਦੇ, ਮਜ਼ਦੂਰਾਂ ਦੇ ਵਿੱਚ ਵੀ ਇੱਕ ਦੂਜੇ ਦਾ ਸਹਿਯੋਗ ਜ਼ਰੂਰੀ ਹੈ ਕਿਉਂਕਿ ਮੁਲਾਜ਼ਮ, ਮਜ਼ਦੂਰ, ਵਿਦਿਆਰਥੀ, ਕਿਸਾਨ, ਨੌਜਵਾਨ, ਏਕਤਾ, ਇਹ ਨਾਅਰਾ ਸਾਕਾਰ, ਜਿਹੜਾ ਕਿਤੇ ਨਾਅਰਾ ਪਹਿਲਾਂ ਵੱਜਦਾ ਹੁੰਦਾ ਸੀ, ਉਹ ਨਾਅਰਾ ਅੱਜ ਸਾਕਾਰ ਹੁੰਦਾ ਨਜ਼ਰ ਆ ਰਿਹਾ। ਸਾਰੇ ਵਰਗਾਂ ਨੂੰ ਇਹ ਸਮਝ ਪੈ ਰਹੀ ਹੈ ਵੀ ਲੁੱਟ ਦਾ ਤਰੀਕਾ ਵੱਖਰਾ ਹੋ ਸਕਦਾ ਤੇ ਲੁੱਟ ਸਾਰਿਆਂ ਦੀ ਹੋ ਰਹੀ ਹੈ, ਜਿਹੜੀ ਹਰੇਕ ਦੀ ਪ੍ਰਭਾਵਿਤ ਹੋ ਰਹੀ ਹੈ। ਸੋ ਲੱਗਦਾ ਹੈ ਵੀ ਬੜੀਆਂ ਸੰਭਾਵਨਾਵਾਂ ਇਸ ਧਰਤੀ ਦੇ ਜੰਮੇ ਜਾਇਆਂ 'ਚ ਬੜੀਆਂ ਸੰਭਾਵਨਾਵਾਂ ਨੇ।
ਵੱਡੇ ਘੋਲਾਂ ਨੂੰ ਅੰਜਾਮ ਦੇਣਗੀਆਂ ਇਹ ਸੰਭਾਵਨਾਵਾਂ। ਔਰ ਜਿਵੇਂ ਜਿਵੇਂ ਸਰਕਾਰ ਨੇ ਆਪਦੇ ਬਾਣ ਹੋਰ ਤਿੱਖੇ ਮਾਰਨੇ ਨੇ ਤਾਂ ਲਾਜ਼ਮੀ ਤੌਰ ਤੇ ਸੰਘਰਸ਼ ਤਿੱਖੇ ਹੋਣਗੇ। ਅੱਛਾ, ਜਾਂਦੇ ਜਾਂਦੇ ਅਸੀਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਅਸੀਂ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦੇਣ ਦੇ ਵਿਰੋਧੀ ਨਹੀਂ ਹਾਂ, ਪਰ ਨਹੀਂ, ਹਾਂ ਇਹਦੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਰਕਾਰ ਕੁਝ ਅਜਿਹਾ ਉਪਰਾਲਾ ਕਰੇ ਜਿਹਦੇ ਨਾਲ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਜਿਹੜੇ ਅਦਾਰੇ ਨੇ ਇਹ ਤਬਾਹ ਨਾ ਹੋ ਜਾਣ। ਇਹਦੇ ਲਈ ਇਹ ਵਿਚਾਰ ਚਰਚਾ ਸਾਰੀ ਇਸ ਲਈ ਕੀਤੀ ਗਈ ਹੈ ਤਾਂ ਕਿ ਜਿਹੜਾ ਇਸ ਲਈ ਜਾਗਰੂਕ ਹੋਣ, ਮੁਲਾਜ਼ਮ ਵੀ ਜਾਗਰੂਕ ਹੋਣ, ਸਰਕਾਰਾਂ ਵੀ ਜਾਗਰੂਕ ਹੋਣ, ਉਹਨਾਂ ਦੇ ਹਿੱਤਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਵੇ, ਇਹਨਾਂ ਦੇ ਹਿੱਤ ਸੁਰੱਖਿਅਤ ਰੱਖੇ ਜਾਣ ਤਾਂ ਕਿ ਇਹ ਅਦਾਰੇ ਜਿਹੜੇ ਦੇਸ਼ ਸੇਵਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਲੱਗੇ ਹੋਏ ਨੇ ਇਹ ਤਬਾਹ ਨਾ ਹੋ ਸਕਣ। ਤੇ ਧਾਲੀਵਾਲ ਸਾਹਿਬ, ਜਾਂਦੇ ਜਾਂਦੇ ਇੱਕ ਛੋਟਾ ਜਿਹਾ ਕਮੈਂਟ ਜਿਹੜਾ ਮੈਂ ਤੁਹਾਡੇ ਤੋਂ ਇਹ ਲਵਾਂਗਾ ਕਿ ਇਸ ਲਈ ਕਿ ਬੱਸ ਸਫ਼ਰ ਵੀ ਜਾਰੀ ਰਹੇ, ਜਿਹੜੀ ਸੁਵਿਧਾ ਵੀ ਜਾਰੀ ਰਹੇ ਤੇ ਅਦਾਰੇ ਵੀ ਤਬਾਹ ਨਾ ਹੋਣ। ਸ਼ਾਰਟਕਟ 'ਚ ਇਹ ਦੱਸੋ ਵੀ ਇਹਦੇ ਲਈ ਫਿਰ ਹੁਣ ਕੀ ਕੀਤਾ ਜਾਏਗਾ? ਜੇ ਸਰਕਾਰ ਦੀ ਨੀਤੀ ਤੇ ਨੀਅਤ ਸਾਫ਼ ਹੋਵੇ ਜੀ ਤਾਂ ਬਜਟ ਪ੍ਰੋਵੀਜ਼ਨ ਕਰਕੇ ਇਹਨਾਂ ਅਦਾਰਿਆਂ ਦੀ ਸਰਪ੍ਰਸਤੀ ਕਰੇ ਤਾਂ ਇਹ ਅਦਾਰੇ ਇਸ ਧਰਤੀ ਦੇ ਉੱਤੇ ਚੱਲ ਹੀ ਰਹੇ ਸੀ। ਅੱਜ ਵੀ ਸਰਕਾਰਾਂ ਵਾਸਤੇ ਕੋਈ ਔਖਾ ਕੰਮ ਨਹੀਂ। ਸਰਕਾਰ ਸਹੂਲਤਾਂ ਦੇਵੇ ਔਰ ਜਿਹੜੇ ਅਦਾਰਿਆਂ ਦੇ ਵਿੱਚ ਲੋਕ ਕੰਮ ਕਰਦੇ ਨੇ ਜਾਂ ਉਹਨਾਂ ਦੇ ਰੁਜ਼ਗਾਰ ਜਿਹੜੇ ਜੁੜੇ ਨੇ ਉਹਨਾਂ ਦੇ ਰੁਜ਼ਗਾਰ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ ਜਦੋਂ ਸਰਕਾਰ ਗੱਦੀ ਤੇ ਬੈਠੀ ਹੈ। ਜੀ ਜੀ, ਤੇ ਤੁਸੀਂ ਇਹ ਚਾਹੋਗੇ ਕਿ ਜਿਹੜਾ ਸਰਕਾਰ ਹੈ ਉਹ ਬੱਸ ਸਫ਼ਰ ਵੀ, ਮੁਫਤ ਬੱਸ ਸਫ਼ਰ ਵੀ ਜਾਰੀ ਰੱਖੇ ਤੇ ਨਾਲ ਨਾਲ ਜਿਹੜਾ ਉਹ ਇੰਨਾ ਕੁ ਪੈਸਾ ਜਿਹੜਾ ਖਰਚਾ ਉਸ ਮੁਫਤ ਬੱਸ ਸਫ਼ਰ ਦੇ ਵਿੱਚ ਜਿੰਨਾ ਘਾਟਾ ਪਏਗਾ ਉਹਨਾਂ ਖਰਚਾ ਜਿਹੜਾ ਉਹ ਨਾਲ ਦੀ ਨਾਲ ਜਿਹੜੀ ਆ ਅਦਾਰਿਆਂ ਨੂੰ ਦਿੰਦੀ ਰਹੇ? ਬਿਲਕੁਲ, ਅਸੀਂ ਇਹ ਚਾਹਾਂਗੇ ਵੀ ਇਸ ਅਦਾਰੇ ਦੀ ਸਲਾਮਤੀ, ਇਹਦੀ ਹੋਂਦ ਨੂੰ ਕੋਈ ਖਤਰਾ ਨਾ ਪੈਦਾ ਹੋਵੇ। ਇਹਦੇ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਭੱਤੇ ਬਦਸਤੂਰ ਜਾਰੀ ਰਹਿਣ ਔਰ ਸਰਕਾਰ ਇਹਦੀ ਭਰਪਾਈ ਵਾਸਤੇ ਜਿਹੜੀ ਫਾਈਨੈਂਸ਼ੀਅਲ ਪ੍ਰੋਵੀਜ਼ਨ ਕਰੇ ਤੇ ਅਸੀਂ ਸਹੂਲਤਾਂ ਦੇ ਸਮਾਜ ਦੇ ਕਿਸੇ ਵਰਗ ਨੂੰ ਵੀ, ਸਭ ਵਰਗ ਨੀਡੀ ਨੇ, ਕਿਸੇ ਨੂੰ ਸਹੂਲਤ ਦੇਣ ਦੇ ਅਸੀਂ ਵਿਰੋਧੀ ਨਹੀਂ ਹਾਂ। ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ ਗੱਲ। ਧਾਲੀਵਾਲ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਨਿਰਮਲ ਸਿੰਘ ਜੀ ਧਾਲੀਵਾਲ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਬੱਸ ਸਹੂਲਤ ਦੀ ਔਰਤਾਂ ਨੂੰ ਸਹੂਲਤ ਦਿੱਤੀ ਹੈ, ਉਹਦਾ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਇਹਨਾਂ ਦੋਨਾਂ ਅਦਾਰਿਆਂ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ, ਮੁਲਾਜ਼ਮ ਜਥੇਬੰਦੀਆਂ ਦੀ ਇਹਦੇ ਪਿੱਛੇ ਕੀ ਸੋਚ ਹੈ, ਸਰਕਾਰਾਂ ਨੂੰ ਜਿਹੜੀਆਂ ਪਹਿਲਾਂ ਮੁਫਤ ਬੱਸ ਸਫ਼ਰ ਦੀਆਂ ਜਿਹੜੇ ਸਹੂਲਤਾਂ ਦਿੱਤੀਆਂ ਗਈਆਂ ਨੇ, ਜਿੰਨੀਆਂ ਕੈਟੇਗਰੀਆਂ ਨੂੰ ਦਿੱਤੀਆਂ ਗਈਆਂ ਨੇ, ਉਹਨਾਂ ਦੇ ਵੱਲੋਂ ਜਿੰਨਾ ਘਾਟਾ ਪਿਆ ਕਿ ਉਹ ਸਰਕਾਰ ਉਹਨਾਂ ਨੇ ਸਮੇਂ ਸਿਰ ਜਿਹੜਾ ਉਹ ਜਮ੍ਹਾਂ ਕਰਾਤਾ ਜਾਂ ਨਹੀਂ ਜਮ੍ਹਾਂ ਕਰਾਇਆ, ਤੇ ਜੇ ਨਹੀਂ ਜਮ੍ਹਾਂ ਕਰਾਇਆ ਤਾਂ ਉਹ ਕਿੰਨਾ ਸੀਗਾ, ਉਹ ਪੈਸਾ ਜਿਹੜਾ ਉਹ ਹੁਣ ਹਾਲੇ ਤੱਕ ਕਿੰਨਾ ਲੈਣਾ ਹੈਗਾ, ਤੇ ਇਸ ਮੁਫਤ ਸਫ਼ਰ ਦੀ ਜਿਹੜੀ ਸਹੂਲਤ ਹੈ ਇਹ ਵੀ ਜਾਰੀ ਰਹੇ ਤੇ ਨਾਲ ਨਾਲ ਜਿਹੜਾ ਉਹ ਸਰਕਾਰੀ ਇਹ ਜਿਹੜੇ ਅਦਾਰੇ ਨੇ ਇਹ ਵੀ ਤਬਾਹ ਨਾ ਹੋਣ। ਇਹਦੇ ਲਈ ਉਹ ਮੁਲਾਜ਼ਮ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨ ਜਾ ਰਹੀਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।